Hence, based on characteristics, all living organisms can be classified into different taxa. Characteristics ਦੇ basis ਦੇ ਉੱਪਰ ਆਪਾਂ ਸਾਰੇ living organisms ਨੂੰ ਅਲੱਗ-ਅਲੱਗ taxa ਦੇ ਵਿੱਚ classify ਕਰ ਸਕਦੇ ਹਾਂ ਤੇ ਇਸ process ਨੂੰ classification ਦੇ process ਨੂੰ ਕੀ ਕਿਹਾ ਜਾਂਦਾ ਹੈਗਾ taxonomy ਕਿਹਾ ਜਾਂਦਾ ਹੈਗਾ external ਤੇ internal structure along with the structure of cell development process and ecological information ਇਹ ਸਭ ਕੀ ਨੇ modern taxonomic studies ਦੇ basis ਨੇਗੇ ਠੀਕ ਹੈ ਤੇ characterization identification classification ਦੇ nomenclature ਕੀ ਨੇ processes ਨੇ ਟੈਕਸੋਨੋਮਿਕ ਦੇ ਬੇਸਿਕ ਠੀਕ ਹੈ ਟੈਕਸੋਨੋਮੀ ਦੇ ਬੇਸਿਸ ਕੀ ਨੇ ਕੈਰੈਕਟਰਾਈਜੇਸ਼ਨ ਸੋਰੀ ਟੈਕਸੋਨੋਮੀ ਦੇ ਬੇਸਿਕ ਪ੍ਰੋਸੈਸ ਹੈਗੇ ਨੇ ਕੈਰੈਕਟਰਾਈਜੇਸ਼ਨ ਆਈਡੈਂਟੀਫਿਕੇਸ਼ਨ ਕਲਾਸੀਫਿਕੇਸ਼ਨ ਐਂਡ ਨੋਮਨਕਲੇਚਰ ਟੈਕਸੋਨੋਮੀ ਇਜ਼ ਨੋਟ ਸਮਥਿੰਗ ਨਿਊ ਕੁਝ ਨਵੀਂ ਚੀਜ਼ ਨਹੀਂ ਹੈਗੀ ਸਾਨੂੰ ਠੀਕ ਹੈ ਜੋ ਟੈਕਸੋਨੋਮੀ ਆ ਹਿਊਮਨ ਬੀਂਗਸ ਹਮੇਸ਼ਾ ਤੋਂ ਇੰਟਰਸਟਡ ਸੀਗੇ ਹੋਰ ਜਾਣਨ ਵਾਸਤੇ ਆਪਦੇ ਯੂਜ਼ ਦੀ ਖਾਤਰ ਬਟ ਉਹ ਤੋਂ ਬਾਅਦ ਕੀ ਆ ਉਹ ਰਿਲੇਸ਼ਨਸ਼ਿਪਸ ਜਿਹੜੇ ਆ ਉਹ ਵੀ ਡਿਵੈਲਪ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਅਤੇ ਉਹਨੂੰ ਕੀ ਕਹਿੰਦਾ ਸਿਸਟਮੈਟਿਕਸ ਕਿਹਾ ਜਾਂਦਾ ਗਾ ਅਤੇ ਸਿਸਟਮ ਆਫ ਨੇਚਰ ਕੈਰੋਲਸ ਲੀਨੀਅਸ ਨੇ 1758 ਦੇ ਵਿੱਚ 1758 ਦੇ ਵਿੱਚ ਕੈਰੋਲਸ ਲੀਨੀਅਸ ਦੇ ਦੁਆਰਾ ਸਿਸਟਮ ਆਫ ਨੇਚਰ ਲਿਖਿਆ ਗਿਆ ਸੀ ਐਂਡ ਸਪੀਸ਼ੀਜ਼ ਪਲੈਂਟਰਮ ਲਿਖਿਆ ਗਿਆ 1753 ਦੇ ਵਿੱਚ ਸਿਸਟਮੈਟਿਕਸ ਦੇ ਵਿੱਚ ਆਪਾਂ ਕੀ ਇਨਕਲੂਡ ਕਰਦੇ ਹਾਂ ਐਵੋਲਿਊਸ਼ਨਰੀ ਰਿਲੇਸ਼ਨਸ਼ਿਪਸ ਬਿਟਵੀਨ ਦ ਆਰਗੈਨਿਜ਼ਮਸ ਆਪਾਂ ਸਿਸਟਮੈਟਿਕਸ ਦੇ ਵਿੱਚ ਇਨਕਲੂਡ ਕਰ ਦਿਆਂਗੇ ਹੁਣ ਆਪਾਂ ਗੱਲ ਕਰਦੇ ਹਾਂ ਟੈਕਸੋਨੋਮਿਕ ਕੈਟੇਗਰੀਜ਼ ਦੀ ਕਲਾਸੀਫਿਕੇਸ਼ਨ ਕੀ ਆ ਸਿੰਗਲ ਸਟੈਪ ਪ੍ਰੋਸੈਸ ਨਹੀਂ ਹੈਗਾ ਬਟ ਉਹਦੇ ਵਿੱਚ ਹਾਇਰਾਰਕੀ ਆਫ ਸਟੈਪਸ ਇਨਵੋਲਵਡ ਹੁੰਦੀ ਹੈਗੀ ਠੀਕ ਹੈ ਅਤੇ ਉਹਦੇ ਵਿੱਚ ਹਰੇਕ ਸਟੈਪ ਕੀ ਆ ਕੋਈ ਨਾ ਕੋਈ ਰੈਂਕ ਨੂੰ ਜਾਂ ਕੈਟੇਗਰੀ ਨੂੰ ਡਿਨੋਟ ਕਰ ਦੇਗਾ ਸਿੰਸ ਕੈਟੇਗਰੀ ਓਵਰਆਲ ਟੈਕਸੋਨੋਮਿਕ ਅਰੇਂਜਮੈਂਟ ਦਾ ਪਾਰਟ ਹੈ ਅਤੇ ਤਾਂ ਕਰਕੇ ਉਹਨੂੰ ਟੈਕਸੋਨੋਮਿਕ ਕੈਟੇਗਰੀ ਕਿਹਾ ਜਾਂਦਾ ਅਤੇ ਸਾਰੀਆਂ ਕੈਟੇਗਰੀਜ਼ ਮਿਲ ਕੇ ਕੀ ਬਣਾਉਂਦੀਆਂ ਨੇ ਟੈਕਸੋਨੋਮਿਕ ਹਾਇਰਾਰਕੀ ਬਣਾਉਂਦੀਆਂ ਨੇ ਹਰੇਕ ਕੈਟੇਗਰੀ ਕੀ ਆ ਯੂਨਿਟ ਆਫ ਕਲਾਸੀਫਿਕੇਸ਼ਨ ਹੈਗੀ ਇਨਫੈਕਟ ਹਰੇਕ ਕੈਟੇਗਰੀ ਰੈਂਕ ਨੂੰ ਰਿਪਰੈਜ਼ੈਂਟ ਕਰਦੀ ਹੈ ਅਤੇ ਕਾਮਨਲੀ ਹਰੇਕ ਕੈਟੇਗਰੀ ਨੂੰ ਟੈਕਸੋਨ ਕਿਹਾ ਜਾਂਦਾ ਹੈਗਾ ਟੈਕਸੋਨੋਮਿਕ ਕੈਟੇਗਰੀਜ਼ ਅਤੇ ਹਾਇਰਾਰਕੀ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਡਿਨੋਟ ਕਰ ਸਕਦੇ ਹਾਂ ਇਨਸੈਕਟਸ ਇੱਕ ਗਰੁੱਪ ਨੇ ਠੀਕ ਹੈ ਗਰੁੱਪ ਆਫ ਆਰਗੈਨਿਜ਼ਮ ਨੇ ਜਿਹਨਾਂ ਦੇ ਵਿੱਚ ਕਾਮਨ ਫੀਚਰਸ ਦੇਖਣ ਨੂੰ ਮਿਲਦੇ ਨੇ ਜਿਵੇਂ ਕਿ 3 ਪੇਅਰ ਆਫ ਜੁਆਇੰਟਡ ਲੈਗਸ ਹੋ ਗਏ ਹੈ ਨਾ ਇਹਦਾ ਮਤਲਬ ਇਨਸੈਕਟਸ ਨੂੰ ਆਪਾਂ ਰੈਕਗਨਾਈਜ਼ ਕਰ ਸਕਦੇ ਹਾਂ ਐਸ ਕੰਕਰੀਟ ਆਬਜੈਕਟ ਜੋ ਕੁਛ ਸੋਲਿਡ ਚੀਜ਼ ਆ ਆਪਾਂ ਕਹਿ ਸਕਦੇ ਹਾਂ ਹੈ ਨਾ ਤਾਂ ਕਰਕੇ ਆਪਾਂ ਨੂੰ ਕੋਈ ਰੈਂਕ ਜਾਂ ਕੈਟੇਗਰੀ ਦੇ ਸਕਦੇ ਹਾਂ ਅਤੇ ਇੱਦਾਂ ਦੇ ਆਪਾਂ ਹੋਰ ਗਰੁੱਪਸ ਵੀ ਬਣਾ ਸਕਦੇ ਹਾਂ ਹੈ ਨਾ ਇਨਸੈਕਟ ਦਾ ਬਣਾ ਤਾ ਅਤੇ ਫਿਰ ਇਨਸੈਕਟ ਤੋਂ ਬਾਅਦ ਆਪਾਂ ਮੈਮਲਸ ਦਾ ਮਤਲਬ ਬਹੁਤ ਸਾਰੇ ਗਰੁੱਪਸ ਇੱਦਾਂ ਬਣ ਸਕਦੇ ਨੇ ਠੀਕ ਹੈ ਅਤੇ ਆਪਾਂ ਨੂੰ ਪਤਾ ਹਰੇਕ ਗਰੁੱਪ ਕਿਹਨੂੰ ਰਿਪਰੈਜ਼ੈਂਟ ਕਰਦੇ ਕੈਟੇਗਰੀ ਨੂੰ ਰਿਪਰੈਜ਼ੈਂਟ ਕਰਦੇ ਅਤੇ ਕੈਟੇਗਰੀ ਡਿਨੋਟ ਕਰਦੀ ਹੈ ਰੈਂਕ ਨੂੰ ਠੀਕ ਆ ਉੱਥੇ ਲਿਖਿਆ ਹੋਇਆ ਸੀ ਨਾ ਦੈਟ ਕਲਾਸੀਫਿਕੇਸ਼ਨ ਸਿੰਗਲ ਸਟੈਪ ਪ੍ਰੋਸੈਸ ਨਹੀਂ ਹੈਗਾ ਹਾਇਰਾਰਕੀ ਆਫ ਸਟੈਪ ਅਤੇ ਹਰੇਕ ਸਟੈਪ ਨੂੰ ਰੈਂਕ ਜਾਂ ਕੈਟੇਗਰੀ ਕਿਹਾ ਜਾਂਦਾ ਹੈਗਾ ਸੋ ਇਹੀ ਇੱਥੇ ਲਿਖਿਆ ਕਿ ਗਰੁੱਪ ਕੀ ਕੈਟੇਗਰੀ ਕੀ ਹੈ ਰੈਂਕ ਨੂੰ ਡਿਨੋਟ ਕਰਦੀ ਹੈ ਐਂਡ ਹਰੇਕ ਰੈਂਕ ਜਾਂ ਟੈਕਸਨ ਕੀ ਆ ਯੂਨਿਟ ਆਫ ਕਲਾਸੀਫਿਕੇਸ਼ਨ ਹੀ ਹੁੰਦਾ ਹੈ ਨਾ ਸੋ ਜਿਹੜੀਆਂ ਟੈਕਸੋਨੋਮਿਕ ਗਰੁੱਪਸ ਹੁੰਦੇ ਨੇ ਕੈਟੇਗਰੀਜ਼ ਹੁੰਦੀਆਂ ਨੇ ਇਹ ਕੀ ਨੇ ਡਿਸਟਿੰਕਟ ਬਾਇਓਲੋਜੀਕਲ ਐਂਟੀਟੀਜ਼ ਨੇ ਨਾ ਕਿ ਮੋਰਫੋਲੋਜੀਕਲ ਐਗਰੀਗੇਟਸ ਨੇ ਇੱਦਾਂ ਹੀ ਆਪਾਂ ਗੁੱਛਾ ਬਣਾ ਕੇ ਨਹੀਂ ਪਤਾ ਇਹਨਾਂ ਨੂੰ ਇਹ ਅਲੱਗ-ਅਲੱਗ ਰੈਕਗਨਾਈਜ਼ੇਬਲ ਡਿਸਟਿੰਕਟ ਬਾਇਓਲੋਜੀਕਲ ਐਂਟੀਟੀਜ਼ ਨੇ ਟੈਕਸੋਨੋਮਿਕਲ ਸਟੱਡੀਜ਼ ਸਾਰੀ ਲਿਵਿੰਗ ਆਰਗੈਨਿਜ਼ਮਸ ਦੀਆਂ ਆਪਾਂ ਉਹਦੇ ਨਾਲ ਕੀ ਕਾਮਨ ਕੈਟੇਗਰੀਜ਼ ਆਪਾਂ ਨੇ ਬਣਾ ਲਈਆਂ ਉਹਦੇ ਨਾਲ ਜਿਵੇਂ ਕਿ ਕਿੰਗਡਮ ਕੀਪ ਪੋਟਸ ਕਲੀਨ ਅਦਰਵਾਈਜ਼ ਫੈਮਿਲੀ ਗੈਟਸ ਸਿਕ kingdom phylum for in case of animals and division in case of plants class order family genus species these are the various categories which we developed for the classification or you can say to facilitate the classification all organisms including those in the plant and animal kingdom have species as the lowest category ਸਾਰੇ ਆਰਗੈਨਿਜ਼ਮਸ ਦੇ ਵਿੱਚ ਲੋਐਸਟ ਕੈਟੇਗਰੀ ਕੀ ਆ ਸਪੀਸ਼ੀਜ਼ ਆ ਅਤੇ ਉਹ ਰੀਅਲ ਬੇਸਿਕ ਯੂਨਿਟ ਆ ਮਤਲਬ ਉਹੀ ਅਸਲ ਦੇ ਵਿੱਚ ਮਿਲਦੀ ਹੈ ਨਾ ਕਿੰਗਡਮ ਦਾ ਅਸਲ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ ਨਾ ਜਿਹੜੀ ਅਸਲ ਦੇ ਵਿੱਚ ਦੇਖਣ ਨੂੰ ਮਿਲਦੀ ਆ ਉਹ ਰੀਅਲ ਬੇਸਿਕ ਯੂਨਿਟ ਹੋਈ ਠੀਕ ਹੈ ਅਤੇ ਹੁਣ ਆਪਾਂ ਕੁਐਸਚਨ ਕਰਾਂਗੇ ਕਿ ਆਪਾਂ ਆਰਗੈਨਿਜ਼ਮਸ ਨੂੰ ਕੈਟੇਗਰੀਜ਼ ਦੇ ਵਿੱਚ ਕਿਸ ਬੇਸਿਸ ਦੇ ਉੱਪਰ ਰੱਖਦੇ ਹਾਂ ਬੇਸਿਕ ਰਿਕੁਆਇਰਮੈਂਟ ਇਹ ਆ ਕਿ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਉਹਨਾਂ ਦੇ ਕਰੈਕਟਰਸ ਦੀ ਠੀਕ ਹੈ ਜਾਂ ਫਿਰ ਇੰਡੀਵਿਜੂਅਲ ਦੇ ਕਰੈਕਟਰਸ ਦੀ ਕਹਿ ਸਕਦੇ ਆ ਗਰੁੱਪ ਆਫ ਆਰਗੈਨਿਜ਼ਮਸ ਦੇ ਕਰੈਕਟਰਸ ਦੀ ਨੌਲੇਜ ਹੋਣੀ ਚਾਹੀਦੀ ਹੈ ਅਤੇ ਇਹਦੇ ਨਾਲ ਆਪਾਂ ਕੀ ਆ ਉਹਨਾਂ ਦੇ ਵਿੱਚ ਸਿਮਿਲੈਰਿਟੀਜ਼ ਅਤੇ ਡਿਸਸਿਮਿਲੈਰਿਟੀਜ਼ ਨੂੰ ਆਈਡੈਂਟੀਫਾਈ ਕਰ ਸਕਦੇ ਹਾਂ ਐਂਡ ਸੇਮ ਕਾਈਂਡ ਦੇ ਡਿਫਰੈਂਟ ਕਾਈਂਡ ਆਫ ਆਰਗੈਨਿਜ਼ਮਸ ਨੂੰ ਅਲੱਗ-ਅਲੱਗ ਰੱਖ ਸਕਦੇ ਹਾਂ ਠੀਕ ਹੈ ਆਪਾਂ ਕਹਿ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਫਸਟ ਟੈਕਸੋਨੋਮਿਕ ਕੈਟੇਗਰੀ ਦੈਟ ਇਜ਼ ਸਪੀਸ਼ੀਜ਼ ਟੈਕਸੋਨੋਮਿਕ ਸਟੱਡੀਜ਼ ਦੇ ਵਿੱਚ ਗਰੁੱਪ ਆਫ ਇੰਡੀਵਿਜੂਅਲ ਆਰਗੈਨਿਜ਼ਮ ਜਿਹਦੇ ਕੋਲ ਫੰਡਾਮੈਂਟਲ ਸਿਮਿਲੈਰਿਟੀਜ਼ ਹੁੰਦੀਆਂ ਨੇ ਇਹਦਾ ਸਪੀਸ਼ੀਜ਼ ਦੇ ਵਿੱਚ ਮੋਸਟ ਮਤਲਬ ਡਿਸਟਿੰਕਟਿਵ ਕਰੈਕਟਰ ਕੀ ਹੁੰਦਾ ਕਿ ਇੱਕ ਸਪੀਸ਼ੀਜ਼ ਦੇ ਵਿੱਚ ਕਿਹੜੇ ਆਰਗੈਨਿਜ਼ਮ ਹੁੰਦੇ ਨੇ ਜਿਹੜੇ ਫਰੀਲੀ
ਅਨਨੈਚੁਰਲੀ ਕੀ ਹੈ ਇੰਟਰਬਰੀਡ ਕਰ ਸਕਦੇ ਨੇ, ਇੰਟਰਬਰੀਡ ਕਰ ਸਕਦੇ ਨੇ ਉਹ ਆਰਗੈਨਿਜ਼ਮਸ ਨੂੰ ਆਪਾਂ ਇੱਕ ਸਪੀਸ਼ੀਜ਼ ਦੇ ਵਿੱਚ ਪਾਉਣੇ ਆ। ਓਕੇ, ਟੈਕਸੋਨੋਮਿਕ ਸਟੱਡੀਜ਼ ਦੇ ਵਿੱਚ ਕੀ ਹੁੰਦੇ ਇੰਡੀਵਿਜੂਅਲ ਆਰਗੈਨਿਜ਼ਮਸ ਦਾ ਗਰੁੱਪ ਹੁੰਦਾ ਹੈਗਾ ਜਿਹਦੇ ਵਿੱਚ ਫੰਡਾਮੈਂਟਲ ਸਿਮਿਲੈਰਿਟੀਜ਼ ਹੁੰਦੀਆਂ ਨੇ। ਆਪਾਂ ਨੂੰ ਇੱਕ ਤੇ ਦੂਜੀ ਸਪੀਸ਼ੀਜ਼ ਦੇ ਵਿੱਚ ਫਰਕ ਪਤਾ ਹੋਣਾ ਚਾਹੀਦਾ ਔਨ ਦ ਬੇਸਿਸ ਆਫ ਮੋਰਫੋਲੋਜੀਕਲ ਡਿਫਰੈਂਸਿਸ। ਠੀਕ ਹੈ, ਤੇ ਆਪਾਂ ਹੁਣ ਮੈਂਗੀਫੇਰਾ ਇੰਡੀਕਾ ਦੀ ਗੱਲ ਕਰਦੇ ਹਾਂ, ਸੋਲੇਨਮ ਟਿਊਬਰੋਸਮ ਪੋਟੈਟੋ। ਠੀਕ ਹੈ, ਮੈਂਗੀਫੇਰਾ ਇੰਡੀਕਾ ਮੈਂਗੋ, ਸੋਲੇਨਮ ਟਿਊਬਰੋਸਮ ਪੋਟੈਟੋ, ਪੈਂਥਰਾ ਲੀਓ ਲਾਇਨ, ਹੈ ਨਾ। ਇਹ ਤਿੰਨੋਂ ਦੇ ਤਿੰਨੋਂ ਨੇਮਸ ਦੇ ਵਿੱਚ ਜਿਹੜਾ ਇੰਡੀਕਾ ਹੋ ਗਿਆ, ਟਿਊਬਰੋਸਮ ਹੋ ਗਿਆ, ਲੀਓ ਹੋ ਗਿਆ, ਇਹ ਕੀ ਸਪੈਸੀਫਿਕ ਐਪੀਥੈਟ ਨਹੀਂ। ਪਰ ਜਿਹੜਾ ਪਹਿਲਾ ਵਰਡ ਆ ਮੈਂਗੀਫੇਰਾ, ਸੋਲੇਨਮ ਤੇ ਪੈਂਥਰਾ, ਇਹ ਕੀ ਨਹੀਂ ਜੈਨਰਾ ਨਹੀਂ, ਤੇ ਇਹ ਉੱਪਰਲਾ ਸਪੀਸ਼ੀਜ਼ ਤੋਂ ਉੱਪਰਲੀ ਟੈਕਸੋਨੋਮਿਕ ਕੈਟੇਗਰੀ ਨੂੰ ਡਿਨੋਟ ਕਰਦੇ ਨੇ। ਹਰੇਕ ਜੀਨਸ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਸਪੈਸੀਫਿਕ ਐਪੀਥੈਟਸ ਹੋ ਸਕਦੇ ਨੇ। ਠੀਕ ਹੈ, ਤੇ ਅਲੱਗ-ਅਲੱਗ ਸਪੈਸੀਫਿਕ ਐਪੀਥੈਟ ਅਲੱਗ-ਅਲੱਗ ਆਰਗੈਨਿਜ਼ਮ ਨੂੰ ਡਿਨੋਟ ਕਰਦੇ ਨੇ। ਬਟ ਇੱਕ ਜੀਨਸ ਦੇ ਵਿੱਚ ਆਪਾਂ ਅਲੱਗ-ਅਲੱਗ ਸਪੀਸ਼ੀਜ਼ ਕਾਹਦੇ ਕਰਕੇ ਮਤਲਬ ਦੋ ਆਰਗੈਨਿਜ਼ਮਸ ਨੂੰ ਅਲੱਗ-ਅਲੱਗ ਸਪੀਸ਼ੀਜ਼ ਦੇ ਨਾਮ ਕਰ ਦਿੱਤਾ ਕਿਉਂਕਿ ਉਹਨਾਂ ਦੇ ਵਿੱਚ ਮੋਰਫੋਲੋਜੀਕਲ ਡਿਫਰੈਂਸਿਸ ਸੀ। ਦੋ ਉਹਨਾਂ ਆਰਗੈਨਿਜ਼ਮਸ ਨੂੰ ਸੇਮ ਜੀਨਸ ਦੇ ਵਿੱਚ ਕਿਉਂ ਪਾਏ ਕਿਉਂਕਿ ਉਹਨਾਂ ਦੇ ਵਿੱਚ ਨਾ ਕੁਝ ਮੋਰਫੋਲੋਜੀਕਲ ਸਿਮਿਲੈਰਿਟੀਜ਼ ਵੀ ਪ੍ਰੈਜ਼ੈਂਟ ਸੀਗੀਆਂ। ਮੋਰਫੋਲੋਜੀਕਲ ਡਿਫਰੈਂਸਿਸ ਦੇ ਬੇਸਿਸ ਦੇ ਵਿੱਚ ਆਪਾਂ ਅਲੱਗ-ਅਲੱਗ ਸਪੀਸ਼ੀਜ਼ ਦਾ ਨਾਮ ਦਿੰਦੇ ਹਾਂ ਅਤੇ ਮੋਰਫੋਲੋਜੀਕਲ ਸਿਮਿਲੈਰਿਟੀਜ਼ ਕਰਕੇ ਦੋ ਸਪੀਸ਼ੀਜ਼ ਨੂੰ ਇੱਕੋ ਜੀਨਸ ਦੇ ਵਿੱਚ ਪਾਇਆ ਜਾਂਦਾ ਹੈਗਾ, ਦੋ ਜਾਂ ਦੋ ਤੋਂ ਵੱਧ। ਅਤੇ ਪੈਂਥੇਰਾ ਦੇ ਕੋਲ ਹੋਰ ਵੀ ਸਪੈਸੀਫਿਕ ਐਪੀਥੈਟਸ ਹੁੰਦੇ ਜਿੱਦਾਂ ਕਿ ਟਿਗਰੀਜ਼, ਸੋਲੇਨਮ ਦੇ ਕੋਲ ਵੀ ਹੁੰਦਾ ਜਿੱਦਾਂ ਕਿ ਨਿਗਰਮ ਅਤੇ ਮੈਲੰਜਨਾ ਹੋ ਗਿਆ। ਠੀਕ ਹੈ, ਸੋਲੇਨਮ ਨਿਗਰਮ ਕੋਈ ਹੈਂਡ, ਸੋਲੇਨਮ ਮੈਲੰਜਨਾ ਇਜ਼ ਕਾਲਡ ਐਜ਼ ਬ੍ਰਿੰਜਲ। ਓਕੇ, ਅਤੇ ਹਿਊਮਨ ਬੀਇੰਗਸ ਜਿਹੜੇ ਨੇ ਉਹ ਸਪੀਸ਼ੀਜ਼ ਸੇਪੀਅਨਸ ਨੂੰ ਬਿਲੋਂਗ ਕਰਦੇ ਨੇ ਜਿਹੜੇ ਕਿ ਜੀਨਸ ਹੋਮੋ ਦੇ ਵਿੱਚ ਰੱਖਿਆ ਹੋਇਆ ਕੰਮ, ਅਤੇ ਸਾਇੰਟੀਫਿਕ ਨੇਮ ਤਾਂ ਕਰਕੇ ਹਿਊਮਨ ਬੀਇੰਗਸ ਦਾ ਹੋਮੋ ਸੇਪੀਅਨਸ ਆ ਕੰਮ। ਅਤੇ ਜਿਹੜੇ ਜੀਨਸ ਦੇ ਵਿੱਚ ਸਿਰਫ ਇੱਕੋ ਹੀ ਸਪੀਸ਼ੀਜ਼ ਹੋਵੇ ਉਹਨੂੰ ਕੀ ਕਿਹਾ ਜਾਂਦਾ ਹੈਗਾ ਮੋਨੋਟਿਪਿਕ। ਅਤੇ ਜਿਹੜੇ ਜੀਨਸ ਦੇ ਵਿੱਚ ਇੱਕ ਤੋਂ ਵੱਧ ਸਪੀਸ਼ੀਜ਼ ਹੋਣ ਉਹਨੂੰ ਕਿਹਾ ਜਾਂਦਾ ਹੈਗਾ ਪੋਲੀਟਿਪਿਕ। ਓਕੇ, now moving on to the higher category, that is genus. Genus is the group of related species which has more characters in common in comparison to the species of other genera. ਠੀਕ ਹੈ, ਦੂਜੇ ਜੈਨਰਾ ਦੇ ਵਿੱਚ ਜਿਹੜੇ ਸਪੀਸ਼ੀਜ਼ ਇਨਕਲੂਡਡ ਨੇ ਅਤੇ ਇੱਕ ਜੈਨਰਾ ਦੇ ਜਿਹੜੇ ਸਪੀਸ਼ੀਜ਼ ਇਨਕਲੂਡਡ ਨੇ ਉਹ ਇੱਕ ਜੈਨਰਾ ਦੇ ਵਿੱਚ ਇਨਕਲੂਡਡ ਸਪੀਸ਼ੀਜ਼ ਦੀਆਂ ਆਪਸ ਦੇ ਵਿੱਚ ਜ਼ਿਆਦਾ ਕਾਮਨ ਕਰੈਕਟਰ ਹੁੰਦੇ ਨੇ। ਠੀਕ ਹੈ, ਦੂਜੇ ਜੈਨਰਾ ਦੀ ਸਪੀਸ਼ੀਜ਼ ਨਾਲੋਂ। ਠੀਕ ਹੈ, ਐਂਡ ਮਤਲਬ ਆਹ ਇੱਕ ਜੀਨਸ 1 ਆ, ਆਹ ਜੀਨਸ 2 ਆ। ਇਹਦੇ ਵਿੱਚ ਦੋ ਸਪੀਸ਼ੀਜ਼ ਨੇ A ਅਤੇ B, ਇਹਦੇ ਵਿੱਚ ਦੋ ਸਪੀਸ਼ੀਜ਼ ਨੇ X ਅਤੇ Y। ਇਹ ਆਪਸ ਦੇ ਵਿੱਚ ਜਿਹੜੀਆਂ ਸਿਮਿਲੈਰਿਟੀ ਸ਼ੋਅ ਕਰਨਗੀਆਂ ਹੈ ਨਾ, ਇਹ ਆਪਸ ਦੇ ਵਿੱਚ ਕੁਝ ਸਿਮਿਲੈਰਿਟੀ ਸ਼ੋਅ ਕਰਨਗੀਆਂ। ਇਹ ਸਿਮਿਲੈਰਿਟੀਜ਼ ਜਿਹੜੀਆਂ ਨੇ ਇਹਨਾਂ ਦੀਆਂ ਆਪਸ ਦੀਆਂ ਸਿਮਿਲੈਰਿਟੀਜ਼ ਤੋਂ ਵੱਧ ਹੋਣਗੀਆਂ। ਦਿਸ ਇਜ਼ ਵਾਟ ਦਿਸ ਲਾਈਨ ਵਾਂਟਸ ਟੂ ਸੀ। ਓਕੇ, ਨਾਓ ਆਪਾਂ ਕਹਿ ਸਕਦੇ ਹਾਂ ਜਿਹੜੇ ਜੈਨਰਾ ਹੈ ਉਹ ਕੀ ਹੈ ਐਗਰੀਗੇਟ ਹੁੰਦਾ ਹੈਗਾ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਦਾ। ਜਿੱਦਾਂ ਕਿ ਪੋਟੈਟੋ ਅਤੇ ਬ੍ਰਿੰਜਲ ਦੋ ਡਿਫਰੈਂਟ ਸਪੀਸ਼ੀਜ਼ ਨੇ ਬਟ ਉਹ ਦੋਨੋਂ ਇੱਕੋ ਜੀਨਸ ਸੋਲੇਨਮ ਨੂੰ ਬਿਲੋਂਗ ਕਰਦੇ ਨੇ। ਲਾਇਨ ਜਿਹਦਾ ਨਾਮ ਪੈਂਥਰਾ ਲੀਓ ਆ, ਲੈਪਰਡ ਪੈਂਥਰਾ ਪਾਰਡਸ, ਟਾਈਗਰ ਪੈਂਥਰਾ ਉਂਕਾ। ਇਹਨਾਂ ਦੇ ਵਿੱਚ ਅਲੱਗ-ਅਲੱਗ ਆਪਾਂ ਨੂੰ ਕਾਮਨ ਫੀਚਰਸ ਦੇਖਣ ਨੂੰ ਮਿਲਦੇ ਨੇ, ਮਤਲਬ ਬਹੁਤ ਸਾਰੇ ਕਾਮਨ ਫੀਚਰਸ ਦੇਖਣ ਨੂੰ ਮਿਲਦੇ ਨੇ ਅਤੇ ਸਾਰੇ ਜੀਨਸ ਪੈਂਥਰਾ ਨੂੰ ਬਿਲੋਂਗ ਕਰਦੇ ਨੇ। ਜੀਨਸ ਜਿਹੜਾ ਪੈਂਥਰਾ ਜੀਨਸ ਹੈ ਦੂਜੇ ਜੀਨਸ ਫੈਲਿਸ ਤੋਂ ਡਿਫਰ ਕਰਦਾ। ਠੀਕ ਹੈ, ਫੈਲਿਸ ਅਲੱਗ ਜੀਨਸ ਆ, ਫੈਲਿਸ ਦੇ ਵਿੱਚ ਕੈਟਸ ਹੁੰਦੇ ਨੇ। ਨੈਕਸਟ ਆਪਾਂ ਫੈਮਿਲੀ ਦੀ ਗੱਲ ਕਰਦੇ ਹਾਂ ਕਿ ਕੈਟੇਗਰੀ ਫੈਮਿਲੀ ਹੈ ਜਿਹਦੇ ਵਿੱਚ ਕੀ ਹੁੰਦਾ ਗਰੁੱਪ ਆਫ ਰਿਲੇਟਡ ਜੈਨਰਾ ਹੁੰਦਾ ਹੈਗਾ ਅਤੇ ਇਹਦੇ ਵਿੱਚ ਜਿਹੜੀਆਂ ਸਿਮਿਲੈਰਿਟੀਜ਼ ਨੇ ਹੋਰ ਵੀ ਘੱਟ ਹੁੰਦੀਆਂ ਨੇ ਐਜ਼ ਕੰਪੇਅਰ ਟੂ ਦ ਜੀਨਸ ਐਂਡ ਸਪੀਸ਼ੀਜ਼। ਫੈਮਿਲੀਜ਼ ਜਿਹੜੇ ਪਲਾਂਟ ਫੈਮਿਲੀਜ਼ ਹੁੰਦੀਆਂ ਨੇ ਉਹ ਮਤਲਬ ਡਿਫਰੈਂਟ ਜੈਨਰਾ ਨੂੰ ਆਪਾਂ ਇੱਕ ਪਲਾਂਟ ਫੈਮਿਲੀ ਦੇ ਵਿੱਚ ਕਿਸ ਬੇਸਿਸ ਦੇ ਉੱਪਰ ਪਾਉਂਦੇ ਹਾਂ ਵੈਜੀਟੇਟਿਵ ਐਂਡ ਰਿਪਰੋਡਕਟਿਵ ਫੀਚਰਸ। ਠੀਕ ਹੈ, ਵੈਜੀਟੇਟਿਵ ਅਤੇ ਰਿਪਰੋਡਕਟਿਵ ਸਿਮਿਲੈਰਿਟੀਜ਼ ਆਪਾਂ ਦੇਖਦੇ ਹਾਂ ਉਸ ਦੇ ਬੇਸਿਸ ਦੇ ਉੱਪਰ ਆਪਾਂ ਡਿਫਰੈਂਟ ਜੈਨਰਾ ਨੂੰ ਇੱਕੋ ਹੀ ਪਲਾਂਟ ਫੈਮਿਲੀ ਦੇ ਵਿੱਚ ਪਾਉਣੇ ਹੈਗੇ। Among plants, for example, 3 different genera, Solanum, Petunia and Datura. ਠੀਕ ਹੈ, Solanum, Petunia ਅਤੇ Datura plant ਦੇ ਵਿੱਚ ਅਲੱਗ-ਅਲੱਗ ਜੀਨਸ ਨੇ ਹੈ ਨਾ, ਜੈਨਰਾ ਨੇ ਅਤੇ ਇਹ ਇੱਕੋ ਫੈਮਿਲੀ ਸੋਲੇਨੇਸ਼ੀਆ ਨੂੰ ਬਿਲੋਂਗ ਕਰਦੇ ਨੇ। ਅਤੇ ਐਨੀਮਲਸ ਦੇ ਵਿੱਚ ਜੀਨਸ ਪੈਂਥੇਰਾ ਜਿਹਦੇ ਵਿੱਚ ਲਾਇਨ, ਟਾਈਗਰ ਅਤੇ ਲੈਪਰਡ ਆਉਂਦਾ, ਇਹਨੂੰ ਕੀ ਆਪਾਂ ਜੀਨਸ ਫੈਲਿਸ ਦੇ ਨਾਲ ਪਾਇਆ ਹੋਇਆ ਜਿਹੜੀ ਕਿ ਜਿਹਦੇ ਵਿੱਚ ਕੈਟਸ ਹੁੰਦੀਆਂ ਨੇ। ਅਤੇ ਕਿਹੜੀ ਫੈਮਿਲੀ ਦੇ ਵਿੱਚ ਪਾਇਆ ਫੈਲਿਡੀ ਦੇ ਨਾਲ, ਮਤਲਬ ਦੋ ਅਲੱਗ-ਅਲੱਗ ਜੀਨਸ, ਇੱਕ ਤਾਂ ਲਾਇਨ ਟਾਈਗਰ ਅਤੇ ਲੈਪਰਡ ਦਾ ਜੀਨਸ ਅਤੇ ਚੀਤਾ ਦਾ ਜੀਨਸ ਜਿਹੜਾ ਪੈਂਥੇਰਾ। ਠੀਕ ਹੈ, ਉਹਨੂੰ ਆਪਾਂ ਨਾਲ ਪਾਇਆ ਹੋਏਗਾ
ਕੈਟਸ ਤੇ ਜੀਨਸ ਫੈਲਿਸ ਦੇ ਨਾਲ, ਇੱਕੋ ਫੈਮਿਲੀ ਫੈਲਿਡੇ ਦੇ ਵਿੱਚ। ਸਿਮਿਲਰਲੀ ਜੇ ਆਪਾਂ ਕੈਟ ਤੇ ਡੌਗ ਦੇ ਫੀਚਰਸ ਨੂੰ ਅਬਜ਼ਰਵ ਕਰਾਂਗੇ ਤਾਂ ਆਪਾਂ ਨੂੰ ਉਹਨਾਂ ਦੇ ਵਿੱਚ ਕੁਝ ਸਿਮਿਲੈਰਿਟੀਜ਼ ਤੇ ਕੁਝ ਡਿਫਰੈਂਸਿਸ ਦੇਖਣ ਨੂੰ ਮਿਲਣਗੇ। ਤਾਂ ਕਰਕੇ ਦੋ ਡਿਫਰੈਂਟ ਫੈਮਿਲੀਜ਼ ਫੈਲਿਡੇ ਤੇ ਕੈਨੇਡਾ ਨੂੰ ਬਿਲੋਂਗ ਕਰਦੇ ਨੇ। ਨੈਕਸਟ ਇਜ਼ ਆਰਡਰ। ਹੁਣ ਆਪਾਂ ਨੇ ਸਪੀਸ਼ੀਜ਼ ਜੀਨਸ ਤੇ ਫੈਮਲੀਜ਼ ਵਰਗੇ ਦੇਖ ਲਈਆਂ। ਇਹ ਕੀ ਸੀ, ਇਹ ਸਪੀਸ਼ੀਜ਼ ਜੀਨਸ ਤੇ ਫੈਮਲੀ ਤੱਕ ਇਹ ਜਿਹੜੇ ਸੀਗੇ ਇਹ ਨੰਬਰ ਆਫ ਸਿਮਿਲਰ ਕਰੈਕਟਰਸ ਦੇ ਉੱਪਰ ਬੇਸਿਸ ਸੀਗੀਆਂ ਟੈਕਸੋਨੋਮਿਕ ਕੈਟੇਗਰੀਜ਼। ਬਟ ਜਿਹੜੇ ਹਾਇਰ ਟੈਕਸੋਨੋਮਿਕ ਕੈਟੇਗਰੀਜ਼ ਨੇ ਆਰਡਰ ਤੋਂ ਲੈ ਕੇ ਉੱਪਰ ਕਿੰਗਡਮ ਤੱਕ ਹੈ ਨਾ, ਇਹ ਸਾਰੇ ਕੀ ਨੇ ਐਗਰੀਗੇਟਸ ਆਫ ਕਰੈਕਟਰਸ ਦੇ ਉੱਪਰ ਬੇਸਿਸ ਨੇ। ਜੇ ਤੁਹਾਨੂੰ ਇਹ ਲਾਈਨ ਨਹੀਂ ਸਮਝ ਆਈ ਦੈਨ ਗੋ ਟੂ ਦ ਬੋਡੀ ਆਫ ਆਰਡਰ। Order being a higher category is assemblage of families which exhibit a few similar characters। ਠੀਕ ਹੈ, ਤੇ ਹਰ ਕੈਟੇਗਰੀ ਹੈ ਫੈਮਿਲੀ ਤੋਂ ਇਹਦੇ ਵਿੱਚ ਡਿਫਰੈਂਟ ਫੈਮਲੀਜ਼ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਨਾ ਕੁਝ ਆਪਾਂ ਨੂੰ ਸਿਮਿਲਰ ਕਰੈਕਟਰਸ ਦੇਖਣ ਨੂੰ ਮਿਲਦੇ ਨੇ। ਇਹ ਸਿਮਿਲਰ ਕਰੈਕਟਰਸ ਘੱਟ ਹੁੰਦੇ ਨੇ ਐਜ਼ ਕੰਪੇਅਰ ਟੂ ਦ ਡਿਫਰੈਂਟ ਜੈਨਰ ਇਨ ਅ ਫੈਮਿਲੀ। ਠੀਕ ਹੈ, ਜਿੰਨੇ ਕਰੈਕਟਰਸ ਇੱਕ ਫੈਮਿਲੀ ਦੇ ਜੈਨਰ ਆਪਸ ਦੇ ਵਿੱਚ ਸ਼ੇਅਰ ਕਰਦੇ ਨੇ ਨਾ, ਉਨੇ ਕਰੈਕਟਰਸ ਇੱਕ ਆਰਡਰ ਦੀਆਂ ਫੈਮਲੀਜ਼ ਆਪਸ ਦੇ ਵਿੱਚ ਨਹੀਂ ਸ਼ੇਅਰ ਕਰਦੀਆਂ। ਪਲਾਂਟ ਫੈਮਲੀਜ਼ ਜਿੱਦਾਂ ਕਿ ਕੌਨਵੋਲਵੂਲੇਸ਼ੀਆ, ਸੋਲੋਨੇਸ਼ੀਆ ਹੈ ਨਾ, ਇਹ ਆਪਾਂ ਕਿਹੜੇ ਆਰਡਰ ਦੇ ਵਿੱਚ ਇਨਕਲੂਡ ਕੀਤੇ ਨੇ, ਪੋਲੀਮੋਨੀਅਸ ਦੇ ਵਿੱਚ ਇਨਕਲੂਡ ਕੀਤੀਆਂ ਹੋਈਆਂ ਨੇ। ਕਾਹਦੇ ਬੇਸ ਦੇ ਉੱਪਰ, ਫਲੋਰਲ ਕਰੈਕਟਰਸ ਦੇ ਬੇਸ ਦੇ ਉੱਪਰ। ਸੋ ਨਾਓ ਯੂ ਹੈਵ ਸੀਨ ਕਿ ਫੈਮਲੀ ਦੇ ਵਿੱਚ, ਪਲਾਂਟ ਫੈਮਲੀ ਦੇ ਵਿੱਚ ਆਪਾਂ ਜੀਨਸ ਨੂੰ ਕਿਸ ਦੇ ਬੇਸਿਸ ਦੇ ਉੱਪਰ ਪਾਉਂਦੇ ਹਾਂ, ਵੈਜੀਟੇਟਿਵ ਐਂਡ ਰੀਪਰੋਡਕਟਿਵ ਕਰੈਕਟਰਿਸਟਿਕਸ ਦੇ ਬੇਸਿਸ ਦੇ ਉੱਪਰ ਪਾਉਂਦੇ ਹਾਂ। ਵੈਰਐਜ਼ ਪਲਾਂਟ ਫੈਮਲੀਜ਼ ਨੂੰ ਇੱਕੋ ਆਰਡਰ ਦੇ ਵਿੱਚ ਆਪਾਂ ਫਲੋਰਲ ਕਰੈਕਟਰਿਸਟਿਕਸ ਦੇ ਬੇਸਿਸ ਦੇ ਉੱਪਰ ਪਾਇਆ ਜਾਂਦਾ ਹੈਗਾ ਹੈ ਨਾ। ਦ ਐਨੀਮਲ ਆਰਡਰ ਕਾਰਨੀਵੋਰਾ ਇਨਕਲੂਡਸ ਫੈਮਲੀਜ਼ ਲਾਈਕ ਫੈਲਿਡੇ ਐਂਡ ਕੈਨਿਡੇ। ਜਿਹੜਾ ਐਨੀਮਲ ਆਰਡਰ ਆ ਕਿਹੜਾ, ਕਾਰਨੀਵੋਰਾ, ਉਹਦੇ ਵਿੱਚ ਫੈਮਲੀਜ਼ ਹੁੰਦੀਆਂ ਨੇ ਫੈਲਿਡੇ ਅਤੇ ਕੈਨਿਡੇ। ਨੈਕਸਟ ਹਾਇਰ ਕੈਟੇਗਰੀਜ਼ ਕਲਾਸ। ਇਸ ਕੈਟੇਗਰੀ ਦੇ ਵਿੱਚ ਰਿਲੇਟਡ ਆਰਡਰਸ ਹੁੰਦੇ ਨੇ, ਜਿੱਦਾਂ ਕਿ ਆਰਡਰ ਪ੍ਰਾਈਮੇਟਾ ਜਿਹਦੇ ਵਿੱਚ ਕਿ ਮੰਕੀ, ਗੋਰਿਲਾ ਅਤੇ ਗਿੱਬਨ ਆਉਂਦੇ ਨੇ। ਠੀਕ ਹੈ, ਉਹਨੂੰ ਆਪਾਂ ਮੈਮੀਲੀਆ ਕਲਾਸ ਦੇ ਵਿੱਚ ਪਾਇਆ ਹੈਗਾ। ਠੀਕ ਹੈ, ਅਤੇ ਮੈਮੀਲੀਆ ਕਲਾਸ ਦੇ ਵਿੱਚ ਹੋਰ ਕਿਹੜਾ ਆਰਡਰ ਪਾਇਆ, ਕਾਰਨੀਵੋਰਾ। ਠੀਕ ਹੈ, ਆਰਡਰ ਕਾਰਨੀਵੋਰਾ ਅਤੇ ਆਰਡਰ ਪ੍ਰਾਈਮੇਟਾ ਇੱਕੋ ਕਲਾਸ ਮੈਮੀਲੀਆ ਦੇ ਵਿੱਚ ਪਾਈ ਹੋਈ ਨੇ। ਠੀਕ ਹੈ, ਅਤੇ ਹੋਰ ਵੀ ਆਰਡਰਸ ਹੁੰਦੇ ਨੇ ਮੈਮੀਲੀਆ ਦੇ ਵਿੱਚ। ਮੂਵਿੰਗ ਔਨ ਟੂ ਦ ਨੈਕਸਟ ਕੈਟੇਗਰੀ ਵਿਚ ਇਜ਼ ਫਾਈਲਮ। ਜਿਹੜੀਆਂ ਕਲਾਸਿਸ ਜਿਹੜੇ ਕਿ ਫਿਸ਼ਿਜ਼ ਹੋ ਗਈਆਂ, ਐਮਫੀਬੀਅਨਸ ਹੋ ਗਏ, ਰੈਪਟਾਈਲਸ ਹੋ ਗਏ ਹੈ ਨਾ, ਅਲੋਂਗ ਵਿਦ ਮੈਮਲਸ, ਬਰਡਸ। ਠੀਕ ਹੈ, ਇਹ ਨੈਕਸਟ ਹਾਇਰ ਕੈਟੇਗਰੀ ਕੌਨਸਟੀਟਿਊਟ ਕਰਦੀਆਂ ਨੇ ਜਿਹਨੂੰ ਕਿ ਫਾਈਲਮ ਕਿਹਾ ਜਾਂਦਾ। ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਨਾ ਕੁਝ ਕਾਮਨ ਕਰੈਕਟਰਿਸਟਿਕਸ ਹੁੰਦੀਆਂ ਨੇ, ਜਿੱਦਾਂ ਕਿ ਪ੍ਰੈਜ਼ੈਂਸ ਆਫ ਅ ਨੋਟੋਕੋਡ। ਸਾਰਿਆਂ ਦੇ ਕੋਲ ਨੋਟੋਕੋਡ ਪ੍ਰੈਜ਼ੈਂਟ ਹੁੰਦੀ ਹੈ, ਭਾਵੇਂ ਕਿਸੇ ਵੀ ਸਟੇਜ ਦੇ ਵਿੱਚ ਪ੍ਰੈਜ਼ੈਂਟ ਹੋਵੇ ਇਹਨਾਂ ਦੀ ਲਾਈਫ 'ਤੇ। ਠੀਕ ਹੈ, ਅਤੇ ਡੋਰਸਲ ਹੋਲੋ ਨਿਊਰਲ ਸਿਸਟਮ ਪ੍ਰੈਜ਼ੈਂਟ ਹੁੰਦਾ ਹੈਗਾ। ਐਂਡ ਇਹਨਾਂ ਨੂੰ ਆਪਾਂ ਫਾਈਲਮ ਕੋਰਡੇਟਾ ਦੇ ਵਿੱਚ ਇਨਕਲੂਡ ਕਰਦੇ ਹਾਂ। ਅਤੇ ਪਲਾਂਟਸ ਦੇ ਵਿੱਚ ਜਿਨ੍ਹਾਂ ਕਲਾਸਿਸ ਦੇ ਵਿੱਚ ਫਿਊ ਸਿਮਿਲਰ ਕਰੈਕਟਰਸ ਹੁੰਦੇ ਨੇ, ਉਹਨਾਂ ਨੂੰ ਆਪਾਂ ਡਿਵੀਜ਼ਨ ਦੇ ਵਿੱਚ ਇਨਕਲੂਡ ਕਰਦੇ ਹਾਂ। ਨੈਕਸਟ ਮੂਵਿੰਗ ਔਨ ਟੂ ਦ ਨੈਕਸਟ ਹਾਇਰ ਕੈਟੇਗਰੀ ਵਿਚ ਇਜ਼ ਦ ਕਿੰਗਡਮ। All animals belonging to various phyla are assigned to the highest category called kingdom। ਸਭ ਤੋਂ ਜ਼ਿਆਦਾ ਹਾਈਐਸਟ ਕੈਟੇਗਰੀ ਕਿੰਗਡਮ ਹੈ। ਅਤੇ ਸਾਰੇ ਐਨੀਮਲਸ ਜਿਨ੍ਹਾਂ ਦੇ ਕੋਲ ਸਾਰੇ ਦੇ ਸਾਰੇ ਐਨੀਮਲਸ ਭਾਵੇਂ ਕਿਸੇ ਫਾਈਲਾ ਤੋਂ ਬਿਲੋਂਗ ਕਰਦੇ ਨੇ, ਉਹਨਾਂ ਸਾਰਿਆਂ ਨੂੰ ਕੀ ਆ ਆਪਾਂ ਕਿੰਗਡਮ ਐਨੀਮੀਲੀਆ ਦੇ ਵਿੱਚ ਇਨਕਲੂਡ ਕਰਦੇ ਹਾਂ। ਠੀਕ ਹੈ, ਅਤੇ ਕਿੰਗਡਮ ਪਲਾਂਟ ਦੇ ਵਿੱਚ ਕੀ ਹੁੰਦੀਆਂ ਨੇ, ਸਾਰੀਆਂ ਡਿਵੀਜ਼ਨਸ ਹੁੰਦੀਆਂ ਨੇ ਪਲਾਂਟਸ ਦੀਆਂ। ਅਤੇ ਇਹਦੇ ਵਿੱਚ ਆਪਾਂ ਫਿਰ ਇਹਨਾਂ ਨੂੰ ਐਨੀਮਲ ਅਤੇ ਪਲਾਂਟ ਕਿੰਗਡਮਸ ਕਹਾਂਗੇ। ਠੀਕ ਹੈ, ਟੈਕਸੋਨੋਮਿਕ ਕੈਟੇਗਰੀਜ਼ ਸਪੀਸ਼ੀਜ਼ ਤੋਂ ਲੈ ਕੇ ਕਿੰਗਡਮ ਤੱਕ ਇਹ ਆਪਾਂ ਇੱਥੇ ਅਸੈਂਡਿੰਗ ਆਰਡਰ ਦੇ ਵਿੱਚ ਸ਼ੋ ਕਰੀਆਂ ਹੋਈਆਂ ਨੇ। ਸਪੀਸ਼ੀਜ਼ ਤੋਂ ਸ਼ੁਰੂ ਕਰਦੇ ਹੋਏ ਇਹ ਬਰੋਡ ਕੈਟੇਗਰੀਜ਼ ਨੇ, ਇਹਨਾਂ ਦੇ ਥੱਲੇ ਨਾ ਸਬ ਕੈਟੇਗਰੀਜ਼ ਵੀ ਡਿਵੈਲਪ ਕਰੀਆਂ ਗਈਆਂ ਨੇ ਟੈਕਸੋਨੋਮਿਸ ਦੇ ਦੁਆਰਾ ਹਾਇਰਾਰਕੀ ਕਲਾਸੀਫਿਕੇਸ਼ਨ ਨੂੰ, ਅਤੇ ਮਤਲਬ ਕੀ ਕਹਿ ਸਕਦੇ ਹਾਂ ਸਾਰੇ ਇਹਨੂੰ ਸਟੱਡੀ ਨੂੰ ਫੈਸਿਲੀਟੇਟ ਕਰਨ ਦੇ ਲਈ। ਠੀਕ ਹੈ, ਅਤੇ ਸਾਰੇ ਟੈਕਸਾਂ ਨੂੰ ਕੀ ਹੈ ਇੱਕ ਸਾਇੰਟੀਫਿਕ ਪਲੇਸਮੈਂਟ ਦੇਣ ਦੇ ਲਈ। ਅਤੇ ਹੁਣ ਆਪਾਂ ਇੱਥੇ ਦੇਖਦੇ ਹਾਂ, ਇੱਥੇ ਆਪਾਂ ਨੂੰ ਦਿੱਤਾ ਹੋਏਗਾ ਸਪੀਸ਼ੀਜ਼, ਜੀਨਸ, ਫੈਮਿਲੀ, ਆਰਡਰ, ਕਲਾਸ, ਫਾਈਲਮ, ਡਿਵੀਜ਼ਨ, ਕਿੰਗਡਮ। ਇਹ ਆਪਾਂ ਨੂੰ ਦਿੱਤੀ ਹੋਈ ਹੈ ਕਿ ਟੈਕਸੋਨੋਮਿਕ ਹਾਇਰਾਰਕੀ ਸਪੀਸ਼ੀਜ਼ ਤੋਂ ਲੈ ਕੇ ਕਿੰਗਡਮ ਤੱਕ। ਕੀਪ ਪੌਟਸ ਕਲੀਨ ਅਦਰਵਾਈਜ਼ ਫੈਮਿਲੀ ਗੈਟਸ ਸਿਕ। ਦਿਸ ਇਜ਼ ਦ ਸ਼ਾਰਟ ਵੇ ਟੂ ਰਿਮੈਂਬਰ ਇਟ। ਓਕੇ, ਹੁਣ ਆਪਾਂ ਨੇ ਇਹ ਦੇਖ ਲਿਆ। ਹੁਣ ਆਪਾਂ ਇੱਥੋਂ ਅਰੇਂਜਮੈਂਟ ਨੂੰ ਯਾਦ ਕਰ ਸਕਦੇ ਹਾਂ। ਜਿਵੇਂ ਜਿਵੇਂ ਆਪਾਂ ਸਪੀਸ਼ੀਜ਼ ਤੋਂ ਲੈ ਕੇ ਕਿੰਗਡਮ ਤੱਕ ਜਾਂਦੇ ਹਾਂ, ਉਵੇਂ ਉਵੇਂ ਨਾ ਕਾਮਨ ਕੈਰੈਕਟਰਸ ਜਿਹੜੇ ਆ ਉਹ ਕੀ ਕਰਦੇ ਨੇ, ਘੱਟਦੇ ਜਾਂਦੇ ਨੇ। ਠੀਕ ਹੈ, ਕਾਮਨ ਕੈਰੈਕਟਰਸ ਘੱਟਦੇ ਜਾਂਦੇ ਨੇ। ਅਤੇ ਜਿੰਨਾ ਛੋਟਾ ਟੈਕਸਾ ਹੁੰਦਾ ਹੈਗਾ ਉਨੇ ਹੀ ਜ਼ਿਆਦਾ ਕੀ ਹੁੰਦੇ ਨੇ ਮੈਂਬਰਸ ਜਿਹੜੇ ਆ ਇੱਕ ਟੈਕਸਨ ਦੇ ਵਿੱਚ ਕਰੈਕਟਰਿਸਟਿਕਸ ਸ਼ੇਅਰ ਕਰਦੇ ਨੇ। ਠੀਕ ਹੈ, ਜਿੰਨੀ ਵੱਧ ਕੈਟੇਗਰੀ ਹੁੰਦੀ ਆ ਉਨੀ ਗ੍ਰੇਟਰ ਡਿਫੀਕਲਟੀ ਹੁੰਦੀ ਆ ਅਲੱਗ-ਅਲੱਗ ਔਰਗੈਨਿਜ਼ਮ ਦੇ ਵਿੱਚ ਰਿਲੇਸ਼ਨਸ਼ਿਪ ਡਿਟਰਮਾਈਨ ਕਰਨ ਦੀ। ਤਾਂ ਕਰਕੇ ਕਲਾਸੀਫਿਕੇਸ਼ਨ ਦੀ ਪ੍ਰੋਬਲਮ ਜਿਵੇਂ ਆਪਾਂ ਥੱਲੋਂ ਉੱਪਰ ਜਾਂਦੇ ਹਾਂ ਜ਼ਿਆਦਾ ਕੰਪਲੈਕਸ ਹੁੰਦੀ ਜਾਂਦੀ ਆ। ਹੁਣ ਇੱਥੇ ਆਪਾਂ ਨੂੰ ਕੁਝ ਔਰਗੈਨਿਜ਼ਮਸ ਦੇ ਨਾਮ ਦਿੱਤੇ ਆ ਟੇਬਲ ਦੇ ਵਿੱਚ।
फर्स्ट इज ह्यूमन। ह्यूमन ਦਾ ਸਾਇੰਟੀਫਿਕ ਨੇਮ ਹੁੰਦਾ ਹੈਗਾ ਹੋਮੋ ਸੇਪੀਅਨਸ। ਜੀਨਸ ਹੋਮੋ ਤੋਂ ਬਿਲੋਂਗ ਕਰਦਾ ਹੈ। ਉਹ ਫੈਮਿਲੀ ਹੋਮੋਨੀਟੀ ਹੁੰਦੀ ਹੈ ਉਹਦੀ। ਆਰਡਰ ਪ੍ਰਾਈਮੇਟਾ, ਕਲਾਸ ਮੈਮੀਲੀਆ, ਫਾਈਲਮ ਕਾਰਡੇਟਾ। ਹਾਊਸਫਲਾਈ ਦਾ ਨਾਮ ਹੁੰਦਾ ਮਸਕਾ ਡੋਮੈਸਟਿਕਾ, ਕਲਾਸ ਹੁੰਦੀ ਹੈ ਉਹਦੀ ਮਸਕਾ, ਫੈਮਿਲੀ ਹੁੰਦੀ ਹੈ ਉਹਦੀ ਮਸਕੀਡੇ, ਆਰਡਰ ਡਿਪਟੈਰਾ, ਕਲਾਸ ਇਨਸੈਪਟਾ ਐਂਡ ਫਾਈਲਮ ਆਰਥਰੋਪੋਡ। Mango, the scientific name of the Mangifera indica, genus Mangifera, family Anacardiaceae, order Sapindales, class Dicotyledone, and division Angiospermae. Wheat, scientific name of wheat is Triticum aestivum. Genus is Triticum, family Poaceae, and order Poales, class Monocotyledone, and Angiospermae is the division. This is the summary. Okay. So this was the chapter. Now moving on to the next one. Biological classification. Since the dawn of civilization, there have been many attempts to classify living organisms. ਜਦੋਂ civilization ਹੋਈ ਹੈ, ਜਦੋਂ ਦੀ human beings families ਦੇ ਵਿੱਚ ਰਹਿਣ ਲੱਗ ਪਏ ਨੇ, ਉਦੋਂ ਦੇ ਕਾਫੀ ਸਾਰੇ attempt ਕੀਤੇ ਗਏ ਨੇ classification ਦੇ ਲਈ living organisms ਦੀ. It was done instinctively, not using the criteria that was scientific, but born out of a need to use organisms for our own use, food, shelter and clothing. ਤੇ ਜਿਹੜੀ classification ਸੀ ਉਹ scientific basis ਦੇ ਉੱਪਰ ਤਾਂ ਨਹੀਂ ਕੀਤੀ ਗਈ ਸੀ, ਬਟ ਕਿ ਜਿਹੜੇ ਆਰਗੈਨਿਜ਼ਮਸ ਨੇ ਉਹਨਾਂ ਨੂੰ ਆਪਦੀ ਯੂਜ਼ ਦੇ ਲਈ, ਉਹਨਾਂ ਨੂੰ ਯੂਜ਼ ਕਰਨ ਦੇ ਲਈ ਕੀਤੀ ਗਈ ਸੀ। ਕਾਹਦੀ ਯੂਜ਼ੇਸ, ਜਿੱਦਾਂ ਕਿ ਫੂਡ ਹੋ ਗਿਆ, ਸ਼ੈਲਟਰ ਹੋ ਗਿਆ, ਕਲੋਥਿੰਗ, ਆਪਦੀਆਂ ਨੀਡਸ ਨੂੰ ਫੁਲਫਿਲ ਕਰਨ ਦੇ ਲਈ। ਅਰਿਸਟੋਟਲ ਸਭ ਤੋਂ ਪਹਿਲਾਂ ਸੀਗਾ ਜਿਹਨੇ ਕਲਾਸੀਫਿਕੇਸ਼ਨ ਕੀਤੀ ਸੀ। ਸਿੰਪਲ ਮੋਰਫੋਲੋਜੀਕਲ ਕੈਰੈਕਟਰਸ ਦੇ ਬੇਸਿਸ ਦੇ ਉੱਪਰ ਉਹਨੇ ਕਲਾਸੀਫਾਈ ਕੀਤਾ ਸੀ ਪਲਾਂਟਸ ਨੂੰ ਟਰੀਜ਼, ਸ਼ਰਬਸ ਤੇ ਹਰਬਸ ਦੇ ਵਿੱਚ, ਤੇ ਐਨੀਮਲਸ ਨੂੰ ਈਨਾਈਮਾ ਤੇ ਏਨਾਈਮਾ ਦੇ ਵਿੱਚ। ਈਨਾਈਮਾ ਜਿਹਨਾਂ ਕੋਲ ਰੈਡ ਬਲੱਡ ਸੀਗਾ ਤੇ ਐਨੀਮਲਸ ਜਿਹਨਾਂ ਕੋਲ ਰੈਡ ਬਲੱਡ ਨਹੀਂ ਸੀ ਉਹਨਾਂ ਨੂੰ ਏਨਾਈਮਾ ਦੇ ਵਿੱਚ ਪਾਇਆ ਗਿਆ ਸੀਗਾ। ਲੀਨੀਅਸ ਦੇ ਵਿੱਚ ਟੂ ਕਿੰਗਡਮ ਕਲਾਸੀਫਿਕੇਸ਼ਨ ਸਿਸਟਮ ਆਇਆ ਸੀ। ਲੀਨੀਅਸ ਨੇ ਦਿੱਤਾ ਸੀਗਾ ਪਲਾਂਟੇ ਤੇ ਐਨੀਮੀਲੀਅਮ, ਤੇ ਪਲਾਂਟੇ ਦੇ ਵਿੱਚ ਸਾਰੇ ਪਲਾਂਟਸ ਸੀਗੇ, ਐਨੀਮੀਲੀਆ ਦੇ ਵਿੱਚ ਸਾਰੇ ਐਨੀਮਲਸ ਸੀਗੇ। ਐਂਡ ਇਹ ਸਿਸਟਮ ਜਿਹੜਾ ਸੀਗਾ ਕਾਫੀ ਜ਼ਿਆਦਾ ਡਰੋਬੈਕਸ ਸੀਗੇ, ਇਹਨਾਂ ਦੀ ਲਿਮਿਟੇਸ਼ਨ ਸੀਗੀਆਂ, ਕਿਉਂਕਿ ਯੂਕਰੀਓਟਸ ਤੇ ਪ੍ਰੋਕਰੀਓਟਸ ਦੇ ਵਿੱਚ ਡਿਸਟਿੰਗੁਇਸ਼ ਨਹੀਂ ਕਰ ਰਿਹਾ ਸੀ। ਉਹਨਾਂ ਨੂੰ ਇੱਕੋ ਕਿੰਗਡਮ ਦੇ ਵਿੱਚ ਪਾ ਰਿਹਾ ਸੀ ਕਿ ਯੂਨੀਸੈਲਰ ਤੇ ਮਲਟੀ ਸੈਲਰ ਇੱਕੋ ਕਿੰਗਡਮ ਦੇ ਵਿੱਚ ਪਾਤਾ ਸੀ। ਫੋਟੋਸਿੰਥੈਟਿਕ ਗ੍ਰੀਨ ਐਲਗੀ ਤੇ ਨੋਨ ਫੋਟੋਸਿੰਥੈਟਿਕ ਫੰਜਾਈ ਨੂੰ ਸੇਮ ਕਿੰਗਡਮ ਦੇ ਵਿੱਚ ਪਤਾ ਸੀਗਾ। ਕਲਾਸੀਫਿਕੇਸ਼ਨ ਆਫ ਆਰਗੈਨਿਜ਼ਮਸ, ਪਲਾਂਟਸ ਤੇ ਐਨੀਮਲਸ ਦੇ ਵਿੱਚ, ਠੀਕ ਹੈ, ਆਪਾਂ ਆਰਗੈਨਿਜ਼ਮਸ ਨੂੰ ਕਲਾਸੀਫਾਈ ਕਰਤਾ। ਇਹ ਬਹੁਤ ਸੌਖੇ ਤਰੀਕੇ ਨਾਲ ਹੋ ਗਈ ਸੀ ਤੇ ਸਮਝਣੀ ਵੀ ਬਹੁਤ ਸੌਖੀ ਸੀਗੀ, ਬਟ ਕਾਫੀ ਜ਼ਿਆਦਾ ਆਰਗੈਨਿਜ਼ਮਸ ਜਿਹੜੇ ਸੀ ਉਹ ਕਿਸੇ ਵੀ ਕੈਟਾਗਰੀ ਦੇ ਵਿੱਚ ਨਹੀਂ ਆ ਰਹੇ ਸੀਗੇ। ਤਾਂ ਕਰਕੇ ਜਿਹੜੀ ਟੂ ਕਿੰਗਡਮ ਕਲਾਸੀਫਿਕੇਸ਼ਨ ਜਿਹੜੀ ਕਾਫੀ ਲੰਬੇ ਸਮੇਂ ਤੱਕ ਚੱਲੀ, ਉਹ ਇਨਐਡਿਕੁਏਟ ਸੀਗੀ, ਉਹ ਸਹੀ ਨਹੀਂ ਸੀਗੀ। Besides gross morphology, a need was also felt for including other characteristics like cell structure, nature of wall, mode of nutrition, habitat, method of reproduction, evolutionary relationship. ਉਹਨੇ ਸਿਰਫ gross morphology ਨੂੰ ਹੀ ਦੇਖਿਆ ਸੀ ਲੀਨੀਅਸ ਨੇ। ਫਿਰ ਟਾਈਮ ਦੇ ਨਾਲ ਹੋਰ ਵੀ ਆਪਣੀਆਂ ਜ਼ਰੂਰਤਾਂ ਆਪਾਂ ਨੂੰ ਮਹਿਸੂਸ ਹੋਈਆਂ ਕਿ ਆਪਾਂ ਨੂੰ gross morphology ਤੋਂ ਇਲਾਵਾ ਇਹ ਚੀਜ਼ਾਂ ਵੀ ਦੇਖਣੀਆਂ ਚਾਹੀਦੀਆਂ ਨੇ ਕਲਾਸੀਫਾਈ ਕਰਨ ਤੋਂ ਪਹਿਲਾਂ, ਜਿੱਦਾਂ ਕਿ ਸੈਲ ਸਟਰਕਚਰ ਹੋ ਗਿਆ, ਨੇਚਰ ਆਫ ਵੋਲ ਹੋ ਗਿਆ, ਹੈ ਨਾ, ਸੈਲ ਪ੍ਰੋਕਰੀਓਟਿਕ ਹੈ, ਯੂਕਰੀਓਟਿਕ ਹੈ, ਯੂਨੀਸੈਲਰ ਹੈ, ਮਲਟੀਸੈਲਰ ਹੈ, ਵੋਲ ਕਾਦੀ ਬਣੀ ਹੈ, ਹੈਗੀ ਵੀ ਹੈ ਕਿ ਨਹੀਂ ਹੈਗੀ, ਨਿਊਟ੍ਰੀਸ਼ਨ ਕੀ ਹੈ, ਆਟੋਟ੍ਰੋਫਿਕ ਹੈ, ਹੈਟਰੋਟ੍ਰੋਫਿਕ ਹੈ ਨਾ, ਹੈਬੀਟੈਟ ਕਿੱਥੇ ਕਹੇ ਜਿਹੇ ਹੈਬੀਟੈਟ ਦੇ ਵਿੱਚ ਰਹਿੰਦੇ ਨੇ, ਰੀਪਰੋਡਕਸ਼ਨ ਇਹ ਸੈਕਸ਼ੁਅਲੀ ਕਰਦੇ ਨੇ ਕਿ ਨਹੀਂ ਕਰਦੇ, ਸੈਕਸ਼ੁਅਲੀ ਕਰਦੇ ਨੇ ਕਿ ਨਹੀਂ ਕਰਦੇ, ਤੇ ਐਵੋਲਿਊਸ਼ਨਰੀ ਰਿਲੇਸ਼ਨਸ਼ਿਪਸ ਕੀ ਨੇ, ਕਿਹੜੇ ਇਹ ਕਾਮਨ ਐਂਸੈਸਟਰ ਤੇ ਤਾਂ ਨਹੀਂ ਇਵੋਲਵ ਹੋਈ। ਅਤੇ ਕਲਾਸੀਫਿਕੇਸ਼ਨ ਸਿਸਟਮ ਜਿਹੜੇ ਸੀ ਲਿਵਿੰਗ ਆਰਗੈਨਿਜ਼ਮਸ ਦੇ, ਤਾਂ ਕਰਕੇ ਇਹ ਸੈਵਰਲ ਚੇਂਜਿਸ ਦੇ ਵਿੱਚ ਆਏ, ਠੀਕ ਹੈ। ਸਭ ਤੋਂ ਪਹਿਲਾਂ ਆਪਣੇ ਲੀਨੀਅਸ ਭਾਜੀ ਨੇ ਕਲਾਸੀਫਿਕੇਸ਼ਨ ਕੀਤੀ, ਫਿਰ ਅਨਸਾਈਕਲ, ਫਿਰ ਕੋਪਲੈਂਡ ਐਂਡ ਫਿਰ ਆਰਚ ਵਿਟੇਕਰ। ਇਹਨਾਂ ਨੇ ਸਾਰਿਆਂ ਨੇ ਇੱਕ ਐਡ ਕਰਦੇ ਹੋਏ ਕਾਫੀ ਸਾਰੇ ਚੇਂਜਿਸ ਲਿਆਉਂਦੇ ਸੀਗੇ ਕਲਾਸੀਫਿਕੇਸ਼ਨ ਸਿਸਟਮ ਦੇ ਵਿੱਚ, ਤਾਂ ਕਰਕੇ ਅਲੱਗ-ਅਲੱਗ ਟਾਈਮ ਦੇ ਵਿੱਚ ਅਲੱਗ-ਅਲੱਗ ਚੇਂਜਿਸ ਇਹਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇ। ਪਲਾਂਟ ਅਤੇ ਐਨੀਮਲ ਕਿੰਗਡਮ ਹਾਲਾਂਕਿ ਇਹ ਕੌਨਸਟੈਂਟ ਰਹੇ ਨੇ ਉਦੋਂ ਦੇ ਹੀ, ਲੀਨੀਅਸ ਨੇ ਪਲਾਂਟ ਅਤੇ ਐਨੀਮਲ ਕਿੰਗਡਮ ਬਣਾਏ, ਹੁਣ ਤੱਕ ਪਲਾਂਟ ਅਤੇ ਐਨੀਮਲ ਕਿੰਗਡਮ ਚੱਲਦੇ ਆ ਰਹੇ ਨੇ, ਬਟ ਆਪਣੀ ਅੰਡਰਸਟੈਂਡਿੰਗ ਕਿ ਇਹਨਾਂ ਦੇ ਵਿੱਚ ਆਪਾਂ ਕਿਹੜੇ ਆਰਗੈਨਿਜ਼ਮਸ ਨੂੰ ਐਡ ਕਰਨਾ, ਕਿਹੜੇ ਗਰੁੱਪਸ ਨੂੰ ਐਡ ਕਰਨਾ ਹੈ, ਠੀਕ ਹੈ, ਉਹ ਚੇਂਜ ਹੁੰਦੀ ਗਈ ਆ ਕਿ ਕਿਉਂਕਿ ਪਹਿਲਾਂ ਆਪਾਂ ਉਹਨਾਂ ਨੂੰ ਐਡ ਕਰਦੇ ਸੀ, ਜਿਵੇਂ ਪਹਿਲਾਂ ਪਲਾਂਟ ਕਿੰਗਡਮ ਦੀ ਗੱਲ ਕਰੀਏ, ਉਹਦੇ ਵਿੱਚ ਹੈਟਰੋਟ੍ਰੋਫਿਕ ਆਰਗੈਨਿਜ਼ਮਸ ਵੀ ਸੀਗੇ, ਉਹਦੇ ਵਿੱਚ ਯੂਕਰੀਓਟਿਕ ਦੇ ਨਾਲ ਪ੍ਰੋਕਰੀਓਟਿਕ ਆਰਗੈਨਿਜ਼ਮਸ ਵੀ ਸੀਗੀ, ਹੈ ਨਾ। ਸੋ ਇਹ ਅੰਡਰਸਟੈਂਡਿੰਗ ਹੌਲੀ ਹੌਲੀ ਚੇਂਜ ਹੋਈ ਆ, ਅਤੇ ਹੁਣ ਆਪਾਂ ਅਲੱਗ ਤਰ੍ਹਾਂ ਦੇ ਆਰਗੈਨਿਜ਼ਮ ਦੇਖਦੇ ਹਾਂ, ਸਿਰਫ ਆਟੋਟ੍ਰੋਫਿਕ ਹੁੰਦੇ ਨੇ ਨਾ, ਅਤੇ ਉਹਦੇ ਵਿੱਚ ਸੈਲ ਵੋਲ ਜਿਹਨਾਂ ਦੀ ਕਾਈਟਿਨ ਦੀ ਸੀ ਉਹ ਵੀ ਪਲਾਂਟ ਕਿੰਗਡਮ ਦੇ ਵਿੱਚ ਸੀਗੇ, ਬਟ ਹੁਣ ਸੈਲੂਲੋਜ਼ ਵਾਲੇ, ਠੀਕ ਹੈ। The number and nature of other kingdoms have been understood differently by different scientists over the time, ਠੀਕ ਹੈ। ਹੋਰ ਕਿੰਗਡਮਸ ਦਾ ਵੀ ਨੰਬਰ ਅਤੇ ਨੇਚਰ ਜਿਹੜਾ ਹੈਗਾ ਉਹ ਚੇਂਜ ਹੋਇਆ ਹੈਗਾ, ਠੀਕ ਹੈ। ਅਲੱਗ-ਅਲੱਗ ਸਾਇੰਟਿਸਟ ਨੇ ਅਲੱਗ-ਅਲੱਗ ਟਾਈਮ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਬਾਕੀ ਕਿੰਗਡਮਸ ਨੂੰ ਸਮਝਿਆ ਹੈਗਾ, ਸੋਚਿਆ ਹੈਗਾ, ਪੜ੍ਹਿਆ ਹੈਗਾ, ਠੀਕ ਹੈ। Now this is a very important table which distinguishes between the five kingdoms which were given by R.H. Whitaker and 1969. So Monera, Protista, Fungi, Plantae and Animalia, these were the five kingdoms.
ਸੋ ਟਾਕਿੰਗ ਅਬਾਊਟ ਦ ਸੈਲ ਟਾਈਪ ਮੁਨੈਰਾ ਕੀ ਹੁੰਦੇ ਨੇ, ਪ੍ਰੋਕੈਰੀਓਟਿਕ ਹੁੰਦੇ ਨੇ, ਬਾਕੀ ਚਾਰੇ ਕੀ ਹੁੰਦੇ ਨੇ ਯੂਕੈਰੀਓਟਿਕ ਹੁੰਦੇ ਨੇ। ਐਂਡ ਸੈਲ ਵਾਲ ਮੁਨੈਰਾ ਦੀ ਕਾਹਦੀ ਬਣੀ ਹੁੰਦੀ ਹੈ, ਨੋਨ ਸੈਲੂਲੋਸਿਕ ਹੁੰਦੀ ਹੈ, ਪੈਪਟਾਈਡੋਗਲਾਈਕੈਨ ਦੀ ਬਣੀ ਹੁੰਦੀ ਹੈ। ਠੀਕ ਹੈ, ਇੱਥੇ ਪੈਪਟਾਈਡ ਦਾ ਮਤਲਬ ਕੀ ਹੁੰਦਾ ਹੈਗਾ, ਅਮਾਈਨੋ ਐਸਿਡਸ, ਐਂਡ ਗਲਾਈਕਨ ਦਾ ਮਤਲਬ ਓਲੀਗੋਸੈਕਰਾਈਡਸ। ਠੀਕ ਹੈ, ਸੋ ਪੋਲੀਸੈਕਰਾਈਡ ਪਲਸ ਅਮਾਈਨੋ ਐਸਿਡ ਦੀ ਬਣੀ ਹੁੰਦੀ ਹੈ। ਵੇਅਰ ਐਸ ਆਰਕੀ ਬੈਕਟੀਰੀਆ ਵੀ ਮੁਨੈਰਾ ਦੇ ਵਿੱਚ ਹੁੰਦੇ ਨੇ, ਉਹ ਵੀ ਪ੍ਰੋਕੈਰੀਓਟਿਕ ਹੁੰਦੇ ਨੇ, ਉਹਨਾਂ ਦੀ ਸੈਲ ਵਾਲ ਕਾਹਦੀ ਬਣੀ ਹੁੰਦੀ ਹੈ, ਫਾਈਬਰਿਨਲ ਦੀ ਬਣੀ ਹੁੰਦੀ ਹੈ। ਪ੍ਰੋਟਿਸਟਾ ਦੇ ਵਿੱਚ ਕਈਆਂ ਦੇ ਵਿੱਚ ਹੁੰਦੀ ਹੈ, ਕਈਆਂ ਦੇ ਵਿੱਚ ਨਹੀਂ ਹੁੰਦੀ, ਕਈਆਂ ਦੇ ਵਿੱਚ ਮਤਲਬ ਸਿਲਿਕਾ ਵਗੈਰਾ ਦੀ ਹੁੰਦੀ ਹੈ ਨਾ। ਫੰਜਾਈ ਦੇ ਵਿੱਚ ਕਾਈਟਿਨ ਦੀ ਵੀ ਸੈਲ ਵਾਲ ਪ੍ਰੈਜ਼ੈਂਟ ਹੁੰਦੀ ਹੈ, ਪਲਾਂਟ ਦੇ ਵਿੱਚ ਸੈਲੂਲੋਸ ਦੀ ਸੈਲ ਵਾਲ ਪ੍ਰੈਜ਼ੈਂਟ ਹੁੰਦੀ ਹੈ, ਤੇ ਐਨੀਮਲ ਦੇ ਕੋਲ ਤਾਂ ਸੈਲ ਵਾਲ ਹੁੰਦੀ ਨਹੀਂ ਹੈਗੀ, ਉਹਨਾਂ ਦਾ ਝੰਜਟ ਹੀ ਖਤਮ ਆ ਪੂਰਾ। ਨਿਊਕਲੀਅਰ ਮੈਂਬਰੇਨ ਦੀ ਗੱਲ ਕਰਦੇ ਹਾਂ ਤਾਂ ਕਿਉਂਕਿ ਮੁਨੈਰਾ ਕੀ ਹੈ, ਪ੍ਰੋਕੈਰੀਓਟਿਕ ਹੈ, ਤਾਂ ਕਰਕੇ ਉਹਨਾਂ ਦੇ ਕੋਲ ਨਿਊਕਲੀਅਰ ਮੈਂਬਰੇਨ ਐਬਸੈਂਟ ਹੁੰਦਾ ਹੈਗਾ। ਬਾਕੀ ਸਾਰੇ ਯੂਕੈਰੀਓਟਿਕ ਨੇ ਤਾਂ ਉਹਨਾਂ ਸਾਰਿਆਂ ਦੇ ਕੋਲ ਨਿਊਕਲੀਅਰ ਮੈਂਬਰੇਨ ਪ੍ਰੈਜ਼ੈਂਟ ਹੋਊਗਾ। ਓਕੇ, ਬੋਡੀ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ, ਮੁਨੈਰਾ ਤੇ ਪ੍ਰੋਟਿਸਟਾ ਜਿਹੜੇ ਨੇ ਇਹ ਯੂਨੀਸੈਲਰ ਹੁੰਦੇ ਨੇ, ਤਾਂ ਇਹਨਾਂ ਦੀ ਬੋਡੀ ਆਰਗੇਨਾਈਜੇਸ਼ਨ ਸੈਲੂਲਰ ਹੁੰਦੀ ਹੈਗੀ। ਠੀਕ ਹੈ, ਮੁਨੈਰਾ ਉਹਦੇ ਵਿੱਚ ਸਾਰੇ ਪ੍ਰੋਕੈਰੀਓਟਿਕ ਆਰਗੈਨਿਜ਼ਮਸ ਨੇ, ਤੇ ਪ੍ਰੋਟਿਸਟਾ ਦੇ ਵਿੱਚ ਸਾਰੇ ਯੂਕੈਰੀਓਟਿਕ ਯੂਨੀਸੈਲਰ ਆਰਗੈਨਿਜ਼ਮ ਹੁੰਦੇ ਨੇ। ਫੰਜਾਈ ਦੀ ਆਰਗੇਨਾਈਜੇਸ਼ਨ ਮਲਟੀ ਸੈਲੂਲਰ ਹੁੰਦੀ ਹੈ, ਜਾਂ ਲੂਸ ਟਿਸ਼ੂ ਕਹਿ ਸਕਦੇ ਹੋ, ਤੇ ਪਲਾਂਟੇ ਦੀ ਕੀ ਹੁੰਦੀ ਹੈ, ਟਿਸ਼ੂ ਜਾਂ ਆਰਗਨ ਲੈਵਲ ਆਫ ਆਰਗੇਨਾਈਜੇਸ਼ਨ ਆਪਾਂ ਨੂੰ ਪਲਾਂਟੇ ਦੀ ਦੇਖਣ ਨੂੰ ਮਿਲਦੀ ਹੈ। ਐਨੀਮਲਸ ਦੇ ਵਿੱਚ ਟਿਸ਼ੂ ਲੈਵਲ ਵੀ ਦੇਖਣ ਨੂੰ ਮਿਲਦੀ ਹੈ, ਆਰਗਨ ਲੈਵਲ ਵੀ ਦੇਖਣ ਨੂੰ ਮਿਲਦੀ ਹੈ, ਤੇ ਆਰਗਨ ਸਿਸਟਮ ਲੈਵਲ ਆਰਗੇਨਾਈਜੇਸ਼ਨ ਵੀ ਆਪਾਂ ਨੂੰ ਐਨੀਮਲਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਆਪਾਂ ਨੂੰ ਐਨੀਮਲਸ ਦੇ ਵਿੱਚ ਸੈਲੂਲਰ ਆਰਗੇਨਾਈਜੇਸ਼ਨ ਵੀ ਦੇਖਣ ਨੂੰ ਮਿਲਦੀ ਹੈ, ਫਸਟ ਫਾਈਲਮ ਪੋਰੀਫੇਰਾ ਦੇ ਵਿੱਚ। ਹੁਣ ਆਪਾਂ ਮੋਡ ਆਫ ਨਿਊਟ੍ਰੀਸ਼ਨ ਦੀ ਗੱਲ ਕਰਦੇ ਹਾਂ, ਤਾਂ ਜਿਹੜੇ ਮੁਨੈਰਾ ਨੇ ਉਹ ਬਹੁਤ ਜ਼ਿਆਦਾ ਡਾਇਵਰਸਿਟੀ ਸ਼ੋ ਕਰਦੇ ਨੇ। ਮੋਡ ਆਫ ਨਿਊਟ੍ਰੀਸ਼ਨ ਦੇ ਵਿੱਚ ਆਟੋਟ੍ਰੋਫਿਕ ਵੀ ਹੋ ਸਕਦੇ ਨੇ, ਆਟੋਟ੍ਰੋਫਿਕ ਦੇ ਵਿੱਚ ਕੀਮੋਸਿੰਥੈਟਿਕ ਵੀ ਹੋ ਸਕਦੇ ਨੇ, ਫੋਟੋਸਿੰਥੈਟਿਕ ਵੀ ਹੋ ਸਕਦੇ ਨੇ, ਹੈਟਰੋਟ੍ਰੋਫਿਕ ਵੀ ਹੁੰਦੇ ਨੇ, ਸੈਪਰੋਫਾਈਟਿਕ, ਪੈਰਾਸਾਈਟਿਕ ਵਗੈਰਾ। ਠੀਕ ਹੈ, ਪ੍ਰੋਟਿਸਟਾ ਆਟੋਟ੍ਰੋਫਿਕ ਹੁੰਦੇ ਨੇ, ਹੈਟਰੋਟ੍ਰੋਫਿਕ ਵੀ ਹੁੰਦੇ ਨੇ, ਕਈ ਆਟੋਟ੍ਰੋਫਿਕ, ਕਈ ਹੈਟਰੋਟ੍ਰੋਫਿਕ, ਕਈ ਮਿਕਸੋਟ੍ਰੋਪਿਕ ਨਿਊਟ੍ਰੀਸ਼ਨ ਵੀ ਸ਼ੋ ਕਰਦੇ ਨੇ। ਆਟੋਟ੍ਰੋਫਿਕ ਦੇ ਵਿੱਚ ਫੋਟੋਸਿੰਥੈਟਿਕ ਹੋਣਗੇ, ਕੀਮੋਸਿੰਥੈਟਿਕ ਨਹੀਂ ਹੋਣਗੇ। ਕੀਮੋਸਿੰਥੈਟਿਕ ਕੋਈ ਵੀ ਯੂਕੈਰੀਓਟ ਨਹੀਂ ਹੁੰਦਾ, ਸਾਰੇ ਪ੍ਰੋਕੈਰੀਓਟ ਹੀ ਕੀਮੋਸਿੰਥੈਟਿਕ ਹੁੰਦੇ ਨੇ। ਫੰਜਾਈ ਦੀ ਗੱਲ ਕਰਦੇ ਹਾਂ ਤਾਂ ਸਾਰੇ ਫੰਜਾਈ ਹੈਟਰੋਟ੍ਰੋਫਿਕ ਹੁੰਦੇ ਨੇ, ਉਹ ਸੈਪਰੋਫਾਈਟਿਕ ਵੀ ਹੋ ਸਕਦੇ ਨੇ, ਪੈਰਾਸਾਈਟਿਕ ਵੀ ਹੋ ਸਕਦੇ ਨੇ। ਪਲਾਂਟੇ ਦੀ ਗੱਲ ਕਰਦੇ ਹਾਂ ਤਾਂ ਸਾਰੇ ਆਟੋਟ੍ਰੋਫਿਕ ਹੁੰਦੇ ਨੇ ਤੇ ਫੋਟੋਸਿੰਥੈਟਿਕ ਹੁੰਦੇ ਨੇ, ਕੁਝ ਪਾਰਸ਼ੀਅਲੀ ਹੈਟਰੋਟ੍ਰੋਫਿਕ ਹੋ ਸਕਦੇ ਨੇ। ਠੀਕ ਹੈ, ਐਨੀਮਲ ਦੀ ਗੱਲ ਕਰਦੇ ਤਾਂ ਉਹ ਹੈਟਰੋਟ੍ਰੋਫਿਕ ਹੁੰਦੇ ਨੇ, ਹੋਲੋਜ਼ੋਇਕ ਜਾਂ ਸੈਪਰੋਫਾਈਟਿਕ ਹੁੰਦੇ ਨੇ। RH ਵਿਟੇਕਰ ਨੇ 5 ਕਲੀਨਿੰਗ ਕਲਾਸੀਫਿਕੇਸ਼ਨ ਦਿੱਤੀ ਸੀ ਮੁਨੈਰਾ, ਪ੍ਰੋਟਿਸਟਾ, ਫੰਜਾਈ, ਐਨੀਮਲ ਤੇ ਪਲਾਂਟੇ। ਕਿਹੜੇ ਕ੍ਰਾਈਟੇਰੀਆ ਨੂੰ ਯੂਜ਼ ਕੀਤੇ ਸੀਗੇ, ਸੈਲ ਸਟਰਕਚਰ, ਬੋਡੀ ਆਰਗੇਨਾਈਜੇਸ਼ਨ, ਮੋਡ ਆਫ ਨਿਊਟ੍ਰੀਸ਼ਨ, ਮੈਥਡ ਆਫ ਰੀਪਰੋਡਕਸ਼ਨ, ਐਂਡ ਫਾਈਲੋਜੈਨੇਟਿਕ ਰਿਲੇਸ਼ਨਸ਼ਿਪ। ਇਹ 5 ਕੈਰੈਕਟਰਿਸਟਿਕਸ ਉਹਨੇ ਯੂਜ਼ ਕੀਤੀਆਂ ਸੀ, ਕ੍ਰਾਈਟੇਰੀਆ ਯੂਜ਼ ਕੀਤੇ ਸੀ ਕਲਾਸੀਫਿਕੇਸ਼ਨ ਕਰਨ ਦੇ ਲਈ। ਠੀਕ ਹੈ, ਦੇ 3 ਡੋਮੇਨ ਸਿਸਟਮ ਦਿੱਤਾ ਗਿਆ ਸੀਗਾ ਕਾਰਲ ਵੂਜ਼ ਦੇ ਦੁਆਰਾ। ਇਨ 1990 ਕਾਰਲ ਵੂਜ਼ ਗੇਵ ਦ 3 ਡੋਮੇਨ ਸਿਸਟਮ। ਉਦੋਂ ਪਹਿਲਾਂ ਗ੍ਰੇਟ ਡੂਲਿਟਲ ਨੇ ਵੀ ਦਿੱਤਾ ਸੀਗਾ, ਪਰ ਉਹਨਾਂ ਨੇ ਇੰਨਾ ਚੱਜ ਨਾਲ ਨਹੀਂ ਦਿੱਤਾ, ਇੰਨਾ ਚੱਜ ਨਾਲ ਡਿਸਕ੍ਰਾਈਬ ਨਹੀਂ ਕੀਤਾ ਸੀਗਾ। ਠੀਕ ਹੈ, ਕਹਿ ਸਕਦੇ ਹਾਂ। ਤੇ ਉਹਨੇ ਮੁਨੈਰਾ ਨੂੰ, ਕਾਰਲ ਵੂਜ਼ ਨੇ ਮੁਨੈਰਾ ਨੂੰ 2 ਕਿੰਗਡਮਸ ਦੇ ਵਿੱਚ ਡਿਵਾਈਡ ਕਰਤਾ। ਮੁਨੈਰਾ ਨੂੰ ਦੋ ਡੋਮੇਨਸ ਦੇ ਵਿੱਚ ਡਿਵਾਈਡ ਕਰਤਾ, ਆਰਕੀਆ ਤੇ ਬੈਕਟੀਰੀਆ। ਠੀਕ ਹੈ, ਆਰਕੀਆ ਦੇ ਵਿੱਚ ਸਾਰੇ ਦੇ ਸਾਰੇ ਆਰਕੀਆ ਬੈਕਟੀਰੀਆ ਐਡ ਕੀਤੇ ਗਏ ਸੀ, ਤੇ ਬੈਕਟੀਰੀਆ ਦੇ ਵਿੱਚ ਬਾਕੀ ਸਾਰੇ ਯੂ ਬੈਕਟੀਰੀਆ ਨੂੰ ਐਡ ਕਰਿਆ ਗਿਆ ਸੀਗਾ। ਤੇ ਬਾਕੀ ਜਿਹੜੇ ਬਾਕੀ ਦੇ 4 ਕਿੰਗਡਮ ਰਹਿ ਗਏ, ਉਹਨਾਂ ਨੂੰ ਕੀ ਕੀਤਾ ਸੀ, ਸਿਰਫ ਇੱਕੋ ਹੀ ਡੋਮੇਨ ਦੇ ਸਾਰਿਆਂ ਨੂੰ ਐਡ ਕਰਤਾ ਗਿਆ ਸੀ ਯੂਕੈਰੀਆ ਦੇ ਵਿੱਚ। ਤਾਂ ਕਰਕੇ ਇੱਥੋਂ ਆਪਣੇ ਕੋਲ 6 ਕਿੰਗਡਮ ਕਲਾਸੀਫਿਕੇਸ਼ਨ ਵੀ ਆ ਗਈ ਸੀ। ਠੀਕ ਹੈ, ਹੁਣ ਆਪਾਂ 5 ਕਿੰਗਡਮ ਕਲਾਸੀਫਿਕੇਸ਼ਨ ਦੀ ਗੱਲ ਕਰਾਂਗੇ, ਤਾਂ ਕਰਕੇ ਆਪਾਂ ਇਸ਼ੂਜ਼ ਤੇ ਕੰਸੀਡਰੇਸ਼ਨਸ ਆਪਾਂ ਦੇਖ ਸਕੀਏ ਜਿਹੜੇ ਜਿਨ੍ਹਾਂ ਨੇ ਕਲਾਸੀਫਿਕੇਸ਼ਨ ਸਿਸਟਮ ਨੂੰ ਇਨਫਲੂਐਂਸ ਕੀਤਾ ਹੈਗਾ। ਪਹਿਲਾਂ ਵਾਲੀ ਕਲਾਸੀਫਿਕੇਸ਼ਨ ਦੇ ਵਿੱਚ ਜਿਹੜੇ ਬੈਕਟੀਰੀਆ ਸੀ, ਬਲੂ ਗ੍ਰੀਨ ਅਲਗੇ ਸੀ, ਫੰਜਾਈ, ਮੋਸਿਸ, ਫਰਨਸ, ਜਿਮਨੋਸਪਰਮ ਸੀਗੇ, ਐਂਜੀਓਸਪਰਮ ਸੀ, ਸਾਰਿਆਂ ਨੂੰ ਪਲਾਂਟਸ ਦੇ ਅੰਡਰ ਹੀ ਕਲਾਸੀਫਾਈ ਕੀਤਾ ਗਿਆ ਸੀਗਾ। ਤੇ ਇੱਕ ਕਰੈਕਟਰ ਸਾਰਿਆਂ ਨੂੰ ਕੀ ਯੂਨੀਫਾਈ ਕਰਦਾ ਸੀ ਕਿ ਸਾਰਿਆਂ ਦੇ ਕੋਲ ਕੀ ਸੀ, ਸੈਲ ਵਾਲ ਸੀ। ਠੀਕ ਹੈ, ਤੇ ਇਹ ਸਾਰਿਆਂ ਨੂੰ ਕੀ ਸੀਗਾ, ਇੱਕ ਬਸ ਇੱਕ ਕਰੈਕਟਰਿਸਟਿਕਸ ਦੇ ਸੀ ਦੇ ਉੱਪਰ ਕੀ ਸਾਰੇ ਕੋਲ ਸੈਲ ਵਾਲ ਆ। ਠੀਕ ਹੈ, ਬਾਕੀ ਕਰੈਕਟਰ ਦੇਖੀ ਨਹੀਂ ਗਈ, ਬਾਕੀ ਕਰੈਕਟਰਸ ਦੇ ਵਿੱਚ ਬਹੁਤ ਡਿਫਰ ਕਰਦੀ ਸੀਗੀ ਹੈ ਨਾ, ਬਹੁਤ ਜ਼ਿਆਦਾ ਆਪਾਂ ਨੂੰ ਬਾਕੀ ਕਰੈਕਟਰਸ ਅਲੱਗ-ਅਲੱਗ ਇਹਨਾਂ ਦੇ ਦੇਖਣ ਨੂੰ ਮਿਲੇ ਸੀ, ਬਟ ਇੱਕ ਕਰੈਕਟਰਿਸਟਿਕ ਦੇ ਬੇਸਿਸ ਦੇ ਉੱਪਰ ਸਾਰਿਆਂ ਨੂੰ ਇੱਕੋ ਕਿੰਗਡਮ ਦੇ ਵਿੱਚ ਪਾ ਦਿੱਤਾ ਗਿਆ। ਠੀਕ ਹੈ, ਪ੍ਰੋਕੈਰੀਓਟਿਕ ਬੈਕਟੀਰੀਆ ਨੂੰ, ਠੀਕ ਹੈ, ਬਲੂ ਗ੍ਰੀਨ ਅਲਗੇ ਜੋ ਕਿ ਪ੍ਰੋਕੈਰੀਓਟਿਕ ਬੈਕਟੀਰੀਆ ਹੁੰਦੇ ਨੇ, ਸਾਰਾ ਬੈਕਟੀਰੀਆ, ਉਹਨਾਂ ਨੂੰ ਹੋਰ ਗਰੁੱਪਸ ਦੇ ਨਾਲ ਪਾ ਦਿੱਤਾ ਗਿਆ ਜਿਹੜਾ ਕਿ ਯੂਕੈਰੀਓਟਿਕ ਸੀ, ਜਿੱਦਾਂ ਕਿ ਫੰਜਾਈ, ਜਿਹੜੇ ਪ੍ਰੈਜ਼ੈਂਟਲੀ ਫੰਜਾਈ ਨੇ ਉਹ ਕਿਹਦੇ ਵਿੱਚ ਸੀਗੇ, ਪਲਾਂਟੇ ਕਿੰਗਡਮ ਦੇ ਵਿੱਚ ਹੀ ਐਡ ਕੀਤੇ ਗਏ ਸੀਗੇ। ਠੀਕ ਹੈ, ਐਂਡ ਇਹਦੇ ਵਿੱਚ ਯੂਨੀਸੈਲੂਲਰ ਆਰਗੈਨਿਜ਼ਮਸ ਤੇ ਮਲਟੀ ਸੈਲੂਲਰ ਆਰਗੈਨਿਜ਼ਮ ਨੂੰ ਸੇਮ ਗਰੁੱਪ ਦੇ ਵਿੱਚ ਪਾ ਦਿੱਤਾ ਗਿਆ, ਜਿਵੇਂ ਕਿ ਕਲੈਮੀਡਾਮੋਨਾਸ ਆ। ਕਲੈਮੀਡਾਮੋਨਾਸ ਕੀ ਆ, ਯੂਨੀਸੈਲੂਲਰ, ਸਪੈਰੋਗੈਰਾ ਮਲਟੀ ਸੈਲੂਲਰ, ਇਹਨਾਂ ਦੋਨਾਂ ਨੂੰ ਅੰਡਰ ਦ ਗਰੁੱਪ ਐਲਗੇ ਇਨ ਦ ਪਲਾਂਟ ਕਿੰਗਡਮ ਪਾਇਆ ਗਿਆ ਸੀਗਾ ਇਹਨਾਂ ਨੂੰ। ਠੀਕ ਹੈ, ਤੇ ਕਲਾਸੀਫਿਕੇਸ਼ਨ ਨੇ ਕੀ ਡਿਫਰੈਂਸ਼ੀਏਟ ਨਹੀਂ ਕੀਤਾ ਹੈਟਰੋਟ੍ਰੋਫਿਕ ਗਰੁੱਪ ਫੰਜਾਈ ਤੇ ਆਟੋਟ੍ਰੋਫਿਕ ਗ੍ਰੀਨ ਪਲਾਂਟਸ ਦੇ ਵਿੱਚ। ਹੈਟਰੋਟ੍ਰੋਫਿਕ ਤੇ ਆਟੋਟ੍ਰੋਫਿਕ ਆਰਗੈਨਿਜ਼ਮਸ ਨੂੰ ਵੀ ਸੇਮ ਕਿੰਗਡਮ ਦੇ ਵਿੱਚ ਪਾ ਦਿੱਤਾ ਗਿਆ ਸੀਗਾ। ਹਾਲਾਂਕਿ ਆਪਦੀ ਵਾਲ ਦੇ ਕੰਪੋਜੀਸ਼ਨ ਦੇ ਵਿੱਚ ਬਸ ਇੱਕ ਸੀਗਾ ਕਿ
ਇੱਕ ਕਰੈਕਟਰਿਸਟਿਕ ਇਹਨਾਂ ਨੇ ਯੂਨੀਫਾਈ ਕਰਦੀ ਸੀ ਕਿ ਸੈੱਲ ਵਾਲ ਆ ਉਹ ਵੀ ਅਲੱਗ-ਅਲੱਗ ਕੈਮੀਕਲਸ ਦੀ ਅਲੱਗ-ਅਲੱਗ ਚੀਜ਼ਾਂ ਦੀ ਕੰਪੋਜ਼ ਕੀਤੀ ਹੋਈ ਸੀ। ਫੰਜਾਈ ਦੀ ਵੀ ਸੈੱਲ ਵਾਲ ਕਾਹਦੀ ਸੀ, ਕਾਈਟਿਨ ਦੀ, ਵੈਰਸ ਕਲੀਨ ਗ੍ਰੀਨ ਪਲਾਂਟਸ ਦੀ ਜਿਹੜੀ ਸੀਗੀ ਸੈਲੂਲੋਸਿਕ ਸੈੱਲ ਵਾਲ ਹੁੰਦੀ ਸੀਗੀ ਉਹਨਾਂ ਕੋਲ, ਹੈਗੀ ਵੀ ਆ। ਠੀਕ ਹੈ, ਜਦੋਂ ਇਹ ਕਰੈਕਟਰਿਸਟਿਕਸ ਨੂੰ ਕੰਸੀਡਰ ਕੀਤਾ ਗਿਆ ਸੀ ਤਾਂ ਫੰਜਾਈ ਨੂੰ ਕੀ ਆ ਇੱਕ ਅਲੱਗ ਕਿੰਗਡਮ ਦੇ ਵਿੱਚ ਪਾ ਦਿੱਤਾ ਗਿਆ, ਕਿੰਗਡਮ ਫੰਜਾਈ ਦੇ ਵਿੱਚ। ਠੀਕ ਹੈ, ਤੇ ਸਾਰੇ ਪ੍ਰੋਕੈਰੀਓਟਿਕ ਆਰਗੈਨਿਜ਼ਮਸ ਨੂੰ ਅਲੱਗ ਕਿੰਗਡਮ ਦੇ ਵਿੱਚ ਪਾ ਦਿੱਤਾ ਗਿਆ, ਕਿੰਗਡਮ ਮੋਨੇਰਾ ਦੇ ਵਿੱਚ, ਤੇ ਸਾਰੇ ਯੂਨੀਸੈਲੂਲਰ ਯੂਕੈਰੀਓਟਿਕ ਆਰਗੈਨਿਜ਼ਮਸ ਨੂੰ ਵੀ ਅਲੱਗ ਕੱਢ ਦਿੱਤਾ ਗਿਆ ਕਿੰਗਡਮ ਪ੍ਰੋਟਿਸਟਾ ਦੇ ਵਿੱਚ। ਕਿੰਗਡਮ ਪ੍ਰੋਟਿਸਟਾ ਦੇ ਵਿੱਚ ਨਾ ਬਹੁਤ ਤਰ੍ਹਾਂ ਦੀ ਵੈਰਾਈਟੀ ਆਪਾਂ ਨੂੰ ਦੇਖਣ ਨੂੰ ਮਿਲੀ। ਠੀਕ ਹੈ, ਉਹਨੇ ਕੀ ਹੈ ਪਲਾਂਟ, ਉਹਦੇ ਵਿੱਚ ਆਪਾਂ ਨੂੰ ਪਲਾਂਟ ਜਿਹੜੇ ਕਿ ਪਹਿਲਾਂ ਪਲਾਂਟ ਕਿੰਗਡਮ ਦੇ ਵਿੱਚ ਐਨੀਮਲਸ ਦੇਖਣ ਨੂੰ ਮਿਲਦੇ, ਪਲਾਂਟ ਕਿੰਗਡਮ ਦੇ ਵਿੱਚ ਆਰਗੈਨਿਜ਼ਮਸ ਦੇਖਣ ਨੂੰ ਮਿਲਦੇ ਸੀ ਤੇ ਐਨੀਮਲ ਕਿੰਗਡਮ ਦੇ ਵਿੱਚ ਆਰਗੈਨਿਜ਼ਮਸ ਦੇਖਣ ਨੂੰ ਮਿਲਦੇ ਸੀ। ਉਹ ਆਪਾਂ ਨੂੰ ਇਕੱਠੇ ਦੇਖਣ ਨੂੰ ਮਿਲੇ ਪ੍ਰੋਟਿਸਟਾ ਦੇ ਵਿੱਚ, ਇੱਕੋ ਕਿੰਗਡਮ ਦੇ ਵਿੱਚ। ਠੀਕ ਹੈ, ਕਿੰਗਡਮ ਪ੍ਰੋਟਿਸਟਾ ਦੇ ਵਿੱਚ ਜਿਵੇਂ ਕਿ ਕਲੈਮੀਡੋਮੋਨਾਸ ਤੇ ਕਲੋਰੈਲਾ ਪਹਿਲਾਂ ਕੀ ਸੀਗੇ, ਐਲਗੇ ਦੇ ਵਿੱਚ ਪਾਈ ਹੋਈ ਸੀ, ਐਲਗੇ ਅੰਡਰ ਪਲਾਂਟਸ, ਤੇ ਦੋਨਾਂ ਕੋਲ ਸੈਲ ਵਾਲ ਵੀ ਹੁੰਦੀ ਆ। ਤੇ ਪੈਰਾਮੀਸ਼ੀਅਮ ਤੇ ਅਮੀਬਾ ਜਿਹੜੇ ਸੀ ਪਹਿਲਾਂ ਐਨੀਮਲ ਕਿੰਗਡਮ ਦੇ ਵਿੱਚ ਪਾਈ ਗਈ ਸੀ, ਜਿਹਨਾਂ ਦੇ ਕੋਲ ਸੈਲ ਵਾਲ ਨਹੀਂ ਹੁੰਦੀ। ਇਹ ਚਾਰੇ ਦੇ ਚਾਰੇ ਇਕੱਠੇ ਪਾ ਦਿੱਤੇ ਗਏ ਕਿੰਗਡਮ ਪ੍ਰੋਟਿਸਟਾ ਦੇ ਵਿੱਚ। ਐਂਡ ਇਹਨੇ ਕੀ ਆ, ਇਟ ਹੈਜ਼ ਪੁੱਟ ਟੂਗੈਦਰ ਦ ਆਰਗੈਨਿਜ਼ਮਸ ਵਿਚ ਇਨ ਅਰਲੀਅਰ ਕਲਾਸੀਫਿਕੇਸ਼ਨ ਵਰ ਪਲੇਸਡ ਇਨ ਡਿਫਰੈਂਟ ਕਿੰਗਡਮਸ। ਠੀਕ ਹੈ, ਉਹ ਆਪਾਂ ਗੱਲ ਕਰ ਹੀ ਲਈ ਆ। ਇਹ ਤਾਂ ਕਰਕੇ ਹੋਇਆ ਕਿਉਂਕਿ ਆਪਣਾ ਕਲਾਸੀਫਿਕੇਸ਼ਨ ਦਾ ਕ੍ਰਾਈਟੇਰੀਆ ਚੇਂਜ ਹੋ ਗਿਆ। ਠੀਕ ਹੈ, ਅਤੇ ਇੱਦਾਂ ਦੇ ਚੇਂਜਸ ਜਿਹੜੇ ਆ ਫਿਊਚਰ ਦੇ ਵਿੱਚ ਵੀ ਹੋਣਗੇ। ਆਪਣੀ ਕਾਹਦੇ ਡਿਪੈਂਡ ਕਰਨਗੇ, ਆਪਣੀ ਅੰਡਰਸਟੈਂਡਿੰਗ ਦੀ ਇੰਪਰੂਵਮੈਂਟ ਦੇ ਉੱਪਰ, ਕਿਵੇਂ ਕਿਵੇਂ ਆਪਾਂ ਸਮਝਦੇ ਹਾਂ, ਸੋਚਦੇ ਹਾਂ, ਹੋਰ ਆਪਾਂ ਐਵੋਲੂਸ਼ਨਰੀ ਰਿਲੇਸ਼ਨਸ਼ਿਪਸ ਨੂੰ ਕਿਵੇਂ ਬਿਲਡਅਪ ਕਰਦੇ ਹਾਂ, ਉਹਦੀ ਅੰਡਰਸਟੈਂਡਿੰਗ ਦੇ ਉੱਪਰ ਇਹ ਜਿਹੜੇ ਚੇਂਜਸ ਨੇ ਉਹ ਫਿਊਚਰ ਦੇ ਵਿੱਚ ਵੀ ਟੇਕ ਪਲੇਸ ਕਰਨਗੇ। ਅਤੇ ਟਾਈਮ ਦੇ ਨਾਲ ਕੀ ਆ, ਇੱਕ ਅਟੈਂਪਟ ਕੀਤਾ ਗਿਆ ਹੈਗਾ ਇਹ ਜਿਹੇ ਕਲਾਸੀਫਿਕੇਸ਼ਨ ਸਿਸਟਮ ਲਿਆਉਣ ਦਾ, ਜਿਹੜਾ ਕਿ ਸਿਰਫ ਮੋਰਫੋਲੋਜੀਕਲ, ਫਿਜ਼ੀਓਲੋਜੀਕਲ ਅਤੇ ਰਿਪਰੋਡਕਟਿਵ ਸਿਮਿਲੈਰਿਟੀਜ਼ ਹੀ ਨਾ ਦੇਖਣ, ਬਲਕਿ ਐਵੋਲੂਸ਼ਨਰੀ ਰਿਲੇਸ਼ਨਸ਼ਿਪ, ਫਾਈਲੋਜੈਨੇਟਿਕ ਰਿਲੇਸ਼ਨਸ਼ਿਪ ਦੇ ਉੱਪਰ ਵੀ ਬੇਸਡ ਹੋਣ। ਅਤੇ ਅੱਜ ਸਿਰਫ ਅਤੇ ਸਿਰਫ ਜੇ ਕੋਈ ਸਾਇੰਟਿਸਟ ਨਵਾਂ ਕਲਾਸੀਫਿਕੇਸ਼ਨ ਸਿਸਟਮ ਵੀ ਦਿੰਦਾ ਤਾਂ ਸਭ ਤੋਂ ਪਹਿਲਾਂ ਇਹੀ ਦੇਖਿਆ ਹੁੰਦਾ ਕਿ ਕੀ ਉਹਦਾ ਜਿਹੜਾ ਕਲਾਸੀਫਿਕੇਸ਼ਨ ਸਿਸਟਮ ਆ ਉਹ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਨੂੰ ਐਜ਼ ਅ ਮੇਨ ਕ੍ਰਾਈਟੇਰੀਆ ਇਨਕਲੂਡ ਕਰਦੇ ਕਿ ਨਹੀਂ ਕਰਦਾ। ਜੇ ਨਹੀਂ ਕਰਦਾ ਤਾਂ ਉਹਨੂੰ ਅਸੈਪਟ ਹੀ ਨਹੀਂ ਕੀਤਾ ਜਾਂਦਾ ਹੈਗਾ। ਇਹ ਚੈਪਟਰ ਦੇ ਵਿੱਚ ਆਪਾਂ ਕਿੰਗਡਮ ਮੋਨੇਰਾ, ਪ੍ਰੋਟਿਸਟਾ ਤੇ ਫੰਜਾਈ ਪੜਾਂਗੇ, ਤੇ ਥਰਡ ਦੇ ਵਿੱਚ ਪਲਾਂਟ ਕਿੰਗਡਮ, ਤੇ ਫੋਰਥ ਦੇ ਵਿੱਚ ਆਪਾਂ ਪੜਾਂਗੇ ਐਨੀਮਲ ਕਿੰਗਡਮ ਦੇ ਬਾਰੇ। ਕਿੰਗਡਮ ਮੋਨੇਰਾ ਦੇ ਵਿੱਚ ਜਿਹੜੇ ਬੈਕਟੀਰੀਆ ਨੇ ਉਸ ਇਕੱਲੇ ਹੀ ਮੈਂਬਰਸ ਹੁੰਦੇ ਨੇ, ਤੇ ਇਹ ਮੋਸਟ ਅਬੰਡੈਂਟ ਮਾਈਕਰੋ ਆਰਗੈਨਿਜ਼ਮਸ ਨੇ, ਸਾਰੇ ਕਿਤੇ ਆਪਾਂ ਨੂੰ ਬੈਕਟੀਰੀਆ ਦੇਖਣ ਨੂੰ ਮਿਲਦੇ ਨੇ, ਸਾਰੇ ਕਿਤੇ। ਠੀਕ ਹੈ, ਹੰਡਰਡਸ ਆਫ ਬੈਕਟੀਰੀਆ ਕੀ ਇੱਕ ਮੁੱਠੀ ਮਿੱਟੀ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ। ਇਹ ਐਕਸਟ੍ਰੀਮ ਹੈਬਿਟੇਟਸ ਦੇ ਵਿੱਚ ਰਹਿ ਸਕਦੇ ਨੇ, ਜਿਵੇਂ ਕਿ ਹੌਟ ਸਪ੍ਰਿੰਗਸ, ਡੈਜ਼ਰਟਸ, ਸਨੋ, ਡੀਪ ਓਸ਼ਨਸ। ਠੀਕ ਹੈ, ਤੇ ਇਹ ਜਿਹੇ ਹੈਬਿਟੇਟਸ ਦੇ ਵਿੱਚ ਰਹਿ ਸਕਦੇ ਨੇ ਜਿੱਥੇ ਹੋਰ ਲਾਈਫ ਫਾਰਮਸ ਆਪਾਂ ਨੂੰ ਮਤਲਬ ਬੇਅਰਲੀ ਸਰਵਾਈਵ ਕਰ ਸਕਦੀਆਂ ਨੇ। ਅਤੇ ਇਹਨਾਂ ਦੇ ਵਿੱਚੋਂ ਕਾਫੀ ਸਾਰੇ ਕੀ ਆ ਉਹ ਦੂਜੇ ਆਰਗੈਨਿਜ਼ਮਸ ਦੇ ਉੱਪਰ ਪੈਰਾਸਾਈਟਸ ਦੇ ਤੌਰ 'ਤੇ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਬੈਕਟੀਰੀਆ ਕੀ ਆ, ਉਹਨਾਂ ਨੂੰ 4 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ ਬੇਸਡ ਔਨ ਦੇਅਰ ਸ਼ੇਪ। ਸਫੈਰੀਕਲ ਬੈਕਟੀਰੀਆ ਕੋਕਸ, ਠੀਕ ਹੈ, प्लूरल किया कॉकस ਦਾ ਕੋਕਾਈ। ਰੌਡ ਸ਼ੇਪ ਬੈਕਟੀਰੀਆ ਬੈਸਿਲਸ, ਪਲੂਰਲ ਕੀਆ ਬੈਸਿਲਾਈ। ਕਮਰ ਸ਼ੇਪ ਬੈਕਟੀਰੀਆ ਵਿਬਰੀਅਮ, ਪਲੂਰਲ ਕੀਆ ਵਿਬਰੀਓ। ਤੇ ਸਪਾਇਰਲ ਸ਼ੇਪ ਬੈਕਟੀਰੀਆ ਸਪਾਇਰਲਮ, ਪਲੂਰਲ ਕੀਆ ਸਪਾਇਰੀਲਾ। ਠੀਕ ਹੈ, ਹੁਣ ਆਪਾਂ ਇੱਥੇ ਦੇਖ ਲੈਂਦੇ ਆ ਕੋਕਸ ਆ, ਐਂਡ ਦਿਸ ਇਜ਼ ਬੈਸਿਲਸ, ਦਿਸ ਇਜ਼ ਸਪਾਇਰਲਮ, ਐਂਡ ਦਿਸ ਇਜ਼ ਦ ਵਿਬਰੀਓ। ਕੋਕਸ ਦਾ ਐਗਜ਼ਾਮਪਲ ਆਪਾਂ ਨੇ ਦੇਖਿਆ ਸੀ ਨੀਮੋਕੋਕਸ ਐਸਿਨੋਕੋਕਸ। ਕੋਕਸ ਬੈਸਿਲਸ ਦਾ ਆਪਾਂ ਨੇ ਦੇਖਿਆ ਸੀ ਲੈਕਟੋਬੈਸਿਲਸ ਐਂਥਰਸ ਬੈਕਟੀਰੀਆ, ਐਂਡ ਸਪਾਇਰਲਮ ਦਾ ਆਪਾਂ ਨੇ ਦੇਖਿਆ ਸੀ ਟ੍ਰੈਪੋਨਾਮਾ। ਟ੍ਰੈਪੋਨਾਮਾ ਕਾਜ਼ਸ ਦ ਸਿਫਿਲਿਸ। ਐਂਡ ਵਿਬਰੀਓ ਦਾ ਦੇਖਿਆ ਸੀ ਆਪਾਂ ਨੇ ਵਿਬਰੀਓ ਕਲੈਰੀ। ਤੇ ਆਪਾਂ ਨੇ ਦੇਖਿਆ ਸੀਗਾ ਕਿ ਜਿਹੜੇ ਸਪੋਰ ਸੀਗੇ ਉਹ ਅਨਫੇਵਰੇਬਲ ਕੰਡੀਸ਼ਨਸ ਦੇ ਵਿੱਚ ਕਿਹਦੇ ਵਿੱਚ ਪਾਉਂਦੇ ਨੇ, ਬੈਸਿਲਸ ਦੇ ਵਿੱਚ ਪਾਉਂਦੇ ਨੇ। ਤੇ ਫਲੈਜਲ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਕਿ ਅਗਰ ਜੇ ਬੈਕਟੀਰੀਆ ਮੋਟਾਈਲ ਹੁੰਦੇ ਉਹਨਾਂ ਕੋਲ ਫਲੈਜਲਾ ਹੁੰਦੇ ਨੇ। ਫਲੈਜਲਾ ਕਿਹਦੇ ਵਿੱਚ ਦੇਖਣ ਨੂੰ ਮਿਲਦੇ ਨੇ, ਸਪਾਇਰਲਾ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਅੰਡਰਸਟੈਂਡ ਐਂਡ ਡੂ ਰਿਮੈਂਬਰ ਦ ਡਾਇਗਰਾਮਸ। ਹਾਲਾਂਕਿ ਬੈਕਟੀਰੀਆ ਦਾ ਸਟਰਕਚਰ ਬਹੁਤ ਜ਼ਿਆਦਾ ਸਿੰਪਲ ਹੁੰਦਾ, ਬਟ ਇਹ ਕਾਫੀ ਜ਼ਿਆਦਾ ਕੰਪਲੈਕਸ ਬਿਹੇਵੀਅਰ ਆਪਾਂ ਨੂੰ ਸ਼ੋ ਕਰਦੇ ਨੇਗੇ। ਠੀਕ ਹੈ, ਬਾਕੀ ਆਰਗੈਨਿਜ਼ਮ ਦੇ ਆਪਾਂ ਜੇ ਕੰਪੇਅਰ ਕਰੀਏ ਤਾਂ ਸਭ ਤੋਂ ਜ਼ਿਆਦਾ ਐਕਸਟੈਂਸਿਵ ਮੈਟਾਬੋਲਿਕ ਡਾਇਵਰਸਿਟੀ ਕੀ ਆ, ਇਕੱਲੇ ਬੈਕਟੀਰੀਆ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈਗੀ। ਠੀਕ ਹੈ, ਕੁਝ ਬੈਕਟੀਰੀਆ ਆਟੋਟ੍ਰੋਫਿਕ ਹੁੰਦੇ ਨੇ, ਮਤਲਬ ਆਪਦਾ ਫੂਡ ਆਪ ਸਿੰਥੇਸਾਈਜ਼ ਕਰਦੇ ਨੇ ਇਨਆਰਗੈਨਿਕ ਸਬਸਟ੍ਰੇਟ ਤੋਂ। ਤੇ ਆਟੋਟ੍ਰੋਫਿਕ ਦੇ ਵਿੱਚ ਵੀ ਕੁਝ ਫੋਟੋਸਿੰਥੈਟਿਕ ਆਟੋਟ੍ਰੋਫਿਕ ਹੁੰਦੇ ਨੇ, ਕੁਝ ਕੀਮੋਸਿੰਥੈਟਿਕ ਆਟੋਟ੍ਰੋਫਿਕ ਹੁੰਦੇ ਨੇ। ਬਟ ਵਾਸਟ ਮੈਜੋਰਿਟੀ ਆਫ ਬੈਕਟੀਰੀਆ ਕੀ ਹੁੰਦੇ ਨੇ, ਹੈਟਰੋਟ੍ਰੋਫਸ ਹੁੰਦੇ ਨੇ। ਤੇ ਹੈਟਰੋਟ੍ਰੋਫਸ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਸੈਪਰੋਟਸ। ਠੀਕ ਹੈ, ਸੈਪਰੋਟ੍ਰੋਫ। ਤੇ ਇਹਦਾ ਮਤਲਬ ਹੈਟਰੋਟ੍ਰੋਫਸ ਹੁੰਦੇ ਨੇ, ਮਤਲਬ ਉਹ ਦੂਜੇ ਆਰਗੈਨਿਜ਼ਮ ਦੇ ਉੱਪਰ ਆਪਦੇ ਖਾਣੇ ਦੇ ਲਈ, ਠੀਕ ਹੈ, ਭਾਵੇਂ ਲਿਵਿੰਗ ਆਰਗੈਨਿਜ਼ਮਸ ਨੇ, ਡੈਡ ਆਰਗੈਨਿਜ਼ਮਸ ਨੇ, ਉਹਨਾਂ ਦੇ ਉੱਪਰ ਆਪਦੇ ਖਾਣੇ ਦੇ ਲਈ ਡਿਪੈਂਡ ਕਰਦੇ ਨੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਆਰਕੀ ਬੈਕਟੀਰੀਆ। ਇਹ ਬੈਕਟੀਰੀਆ ਸਪੈਸ਼ਲ ਨਹੀਂ ਕਿਉਂਕਿ ਇਹ ਮੋਸਟ ਹਾਰਸ਼ ਹੈਬਿਟੇਟਸ ਦੇ ਵਿੱਚ ਸਰਵਾਈਵ ਕਰ ਸਕਦੇ ਨੇ, ਜਿੱਦਾਂ ਕਿ ਹੈਲੋਫਾਈਲਸ ਹੁੰਦੇ ਨੇ। ਹੈਲੋਫਾਈਲਸ ਐਕਸਟ੍ਰੀਮ ਸਾਲਟੀ ਏਰੀਆ ਤੇ ਸਰਵਾਈਵ ਕਰ ਲੈਂਦੇ ਨੇ। ਥਰਮੋਸੈਰੋਫਾਈਲਸ ਹੌਟ ਸਪ੍ਰਿੰਗ ਦੇ ਸਰਵਾਈਵ ਕਰ ਲੈਂਦੇ ਨੇ। ਮੈਥਾਨੋਜੈਨਸ ਮਾਰਸ਼ ਏਰੀਆਸ ਦੇ ਵਿੱਚ ਸਰਵਾਈਵ ਕਰ ਸਕਦੇ ਨੇ। ਆਰਕੀ ਬੈਕਟੀਰੀਆ ਬਾਕੀ ਬੈਕਟੀਰੀਆ ਨਾਲ ਕਾਫੀ ਜ਼ਿਆਦਾ ਅਲੱਗ ਹੁੰਦੇ ਨੇ ਕਿਉਂਕਿ ਇਹਨਾਂ ਦੇ ਕੋਲ ਅਲੱਗ ਸੈਲ ਵਾਲ ਸਟਰਕਚਰ ਹੁੰਦਾ। ਜਿਹੜਾ ਇਹਨਾਂ ਦਾ ਸੈਲ ਵਾਲ ਸਟਰਕਚਰ ਹੁੰਦਾ ਉਹ ਕਾਹਦਾ ਬਣਿਆ ਹੁੰਦਾ ਹੈਗਾ, ਫਾਈਟੋਨਾਈਟ ਦਾ। ਤੇ ਇਸ ਡਿਫਰੈਂਟ ਸੈਲ ਵਾਲ ਸਟਰਕਚਰ ਦੇ ਇਹ ਡਿਫਰੈਂਟ ਸੈਲ ਵਾਲ ਸਟਰਕਚਰ ਹੀ ਇਹਨਾਂ ਦਾ
ਕੀ ਆ ਕਾਰਨ ਬਣਦਾ ਜਿਸ ਕਰਕੇ ਮੋਸਟ ਹਾਰਸ਼ ਹੈਬਿਟੈਟਸ ਦੇ ਵਿੱਚ ਰਹਿ ਪਾਉਂਦੇ ਨੇ। ਠੀਕ ਆ। ਐਂਡ ਦਿਸ ਫੀਚਰ ਇਜ਼ ਰਿਸਪੋਂਸੀਬਲ ਫॉर देयर ਸਰਵਾਈਵਲ ਇਨ ਦ ਐਕਸਟ੍ਰੀਮ ਕੰਡੀਸ਼ਨ। ਜਿਹੜੇ ਮਿਥੈਨੋਜਨਸ ਹੁੰਦੇ ਨੇ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ, ਰਿਊਮੀਨੈਂਟ ਐਨੀਮਲਸ ਦੇ ਗਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇਗੇ, ਜਿੱਦਾਂ ਕਿ ਕਾਊਸ ਤੇ ਬਫੈਲੋਜ਼ ਹੋ ਗਈਆਂ, ਅਤੇ ਤਾਂ ਕਰਕੇ ਉਹਨਾਂ ਦੇ ਡੰਗ ਤੋਂ ਕੀ ਬਣਦਾ, ਬਾਇਓਗੈਸ ਪ੍ਰੋਡਕਸ਼ਨ ਹੁੰਦੀ ਹੈ ਕਿ ਗੋਬਰ ਗੈਸ ਪਲਾਂਟਸ ਤਾਂ ਹੀ ਲਗਾਏ ਜਾਂਦੇ ਨੇਗੇ। ਯੂ ਬੈਕਟੀਰੀਆ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਯੂ ਬੈਕਟੀਰੀਆ ਜਾਂ ਟਰੂ ਬੈਕਟੀਰੀਆ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਹਜ਼ਾਰਾਂ ਹੀ। ਇਹਨਾਂ ਦੇ ਕੋਲ ਕੀ ਹੁੰਦੀ ਆ, ਕੀ ਕਰੈਕਟਰਿਸਟਿਕਸ ਆਪਾਂ ਨੂੰ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਰਿਜਿਡ ਸੈਲ ਵਾਲ ਹੁੰਦੀ ਆ, ਜੇ ਮੋਟਾਈਲ ਹੁੰਦਾ ਫਲੈਜੂਲਮ ਹੁੰਦਾ ਹੈਗਾ। ਜਿਹੜੇ ਸੈਨੋ ਬੈਕਟੀਰੀਆ ਹੁੰਦੇ ਨੇ ਜਿਹਨਾਂ ਕੋਲ ਬਲੂ ਗ੍ਰੀਨ ਅਲਗੇ ਵੀ ਕਿਹਾ ਜਾਂਦਾ ਹੈਗਾ, ਉਹਨਾਂ ਕੋਲ ਕੀ ਹੈ, ਕਲੋਰੋਫਿਲ ਏ ਹੁੰਦਾ ਜਿਹੜਾ ਕਿ ਆਪਾਂ ਨੂੰ ਗ੍ਰੀਨ ਪਲਾਂਟਸ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ। ਅਤੇ ਇਹ ਸਿਆਨੋ ਬੈਕਟੀਰੀਆ ਕੀ ਹੁੰਦੇ ਨੇ, ਫੋਟੋਸਿੰਥੈਟਿਕ ਆਟੋਟ੍ਰੋਫਸ ਹੁੰਦੇ ਨੇ। ਸਿਆਨੋ ਬੈਕਟੀਰੀਆ ਕੀ ਹੋ ਸਕਦੇ ਨੇ, ਯੂਨੀਸੈਲੂਲਰ ਵੀ ਹੋ ਸਕਦੇ ਨੇ, ਕੋਲੋਨੀਅਲ ਵੀ ਹੋ ਸਕਦੇ ਨੇ, ਫਿਲਾਮੈਂਟਸ ਵੀ ਹੋ ਸਕਦੇ ਨੇ, ਫਰੈਸ਼ ਵਾਟਰ ਵੀ ਹੋ ਸਕਦੇ ਨੇ, ਮੈਰਾਈਨ ਵੀ ਹੋ ਸਕਦੇ ਨੇ, ਅਤੇ ਟੈਰੈਸਟਰੀਅਲ ਐਲਗੇ ਵੀ ਹੋ ਸਕਦੇ ਨੇ। ਐਲਗੇ ਕਿਉਂ, ਕਿਉਂਕਿ ਇਹਨਾਂ ਦਾ ਕਾਮਨ ਨੇਮ ਬਲੂ ਗ੍ਰੀਨ ਐਲਗੇ ਆ, ਬਿਕੋਜ਼ ਦੇ ਵਰ ਅਰਲੀਅਰ ਕਲਾਸੀਫਾਈਡ ਇਨਟੂ ਦ ਐਲਗੇ ਇਨ ਦ ਐਲਗੇ ਅੰਡਰ ਪਲਾਂਟਸ। ਠੀਕ ਹੈ। ਅਤੇ ਜਿਹੜੇ ਇਹਨਾਂ ਦੀ ਕੋਲੋਨੀਜ਼ ਹੁੰਦੀਆਂ ਨੇ ਉਹ ਕਾਹਦੇ ਨਾਲ ਕਵਰਡ ਹੁੰਦੀਆਂ ਨੇ, ਜੈਰਾਟਿਨੀਅਸ ਸ਼ੀਟ ਨਾਲ, ਅਤੇ ਇਹਨਾਂ ਦੇ ਜਿਹੜੇ ਫਿਲਾਮੈਂਟਸ ਨੇ ਮਿਊਸਿਲੀਜੀਨੀਅਸ ਸ਼ੀਟ ਨਾਲ ਕਵਰਡ ਹੁੰਦੇ ਨੇ। ਇਹ ਆਫਨ ਕੀ ਆ, ਪੋਲਿਊਟਡ ਵਾਟਰ ਬੋਡੀਜ਼ ਦੇ ਵਿੱਚ ਬਲੂਮਸ ਬਣਾਉਂਦੇ ਨੇ। ਠੀਕ ਹੈ। ਅਤੇ ਕੁਝ ਆਰਗੈਨਿਜ਼ਮਸ ਜਿਹੜੇ ਆ ਐਟਮੋਸਫੇਰਿਕ ਨਾਈਟ੍ਰੋਜਨ ਨੂੰ ਫਿਕਸ ਕਰ ਸਕਦੇ ਨੇ ਸਪੈਸ਼ਲਾਈਜ਼ਡ ਸੈਲਸ ਦੇ ਵਿੱਚ, ਅਤੇ ਉਹ ਸਪੈਸ਼ਲਾਈਜ਼ਡ ਸੈਲਸ ਨੂੰ ਕੀ ਕਿਹਾ ਜਾਂਦਾ ਹੈਗਾ, ਹੈਟਰੋਸਿਸਟ ਕਿਹਾ ਜਾਂਦਾ ਹੈਗਾ। ਹੈਟਰੋਸਿਸਟ ਉਹ ਸਪੈਸ਼ਲਾਈਜ਼ਡ ਸੈਲਸ ਹੁੰਦੇ ਨੇ ਕੁਝ ਆਰਗੈਨਿਜ਼ਮ ਦੇ ਵਿੱਚ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਫਿਕਸੇਸ਼ਨ ਟੇਕ ਪਲੇਸ ਕਰਦੀ ਹੈਗੀ। ਠੀਕ ਹੈ। ਜਿੱਦਾਂ ਕਿ ਨੋਸਟੋਕ ਅਤੇ ਆਨਾਬਾਨਾ ਹੋ ਗਿਆ। ਨੋਸਟੋਕ ਅਤੇ ਆਨਾਬਾਨਾ ਕੀ ਹੈ, ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਦੇ ਐਗਜ਼ਾਮਪਲ ਨੇ। ਕੀਮੋਸਿੰਥੈਟਿਕ ਆਟੋਟ੍ਰੋਫਿਕ ਬੈਕਟੀਰੀਆ ਕੀ ਨੇ, ਕਾਫੀ ਮਤਲਬ ਕਈ ਇਨਆਰਗੈਨਿਕ ਸਬਸਟੇਸ਼ਨ ਜਿੱਦਾਂ ਕਿ ਨਾਈਟ੍ਰੇਟਸ ਹੋ ਗਏ, ਨਾਈਟ੍ਰਾਈਟਸ ਹੋ ਗਏ, ਅਮੋਨੀਆ ਹੋ ਗਿਆ, ਇਹਨਾਂ ਨੂੰ ਕੀ ਕਰਦੇ ਨੇ, ਆਕਸੀਡਾਈਜ਼ ਕਰਦੇ ਨੇ, ਅਤੇ ਇਹਨਾਂ ਦੀ ਆਕਸੀਡੇਸ਼ਨ ਦੇ ਨਾਲ ਜੋ ਵੀ ਐਨਰਜੀ ਰਿਲੀਜ਼ ਹੁੰਦੀ ਹੈ ਉਹਨੂੰ ATP ਪ੍ਰੋਡਕਸ਼ਨ ਦੇ ਲਈ ਉਹ ਯੂਜ਼ ਕਰਦੇ ਨੇ। ਇਹ ਕਾਫੀ ਜ਼ਿਆਦਾ ਗ੍ਰੇਟ ਰੋਲ ਪਲੇ ਕਰਦੇ ਨੇ ਨਿਊਟਰੀਐਂਟਸ ਨੂੰ ਰੀਸਾਈਕਲ ਕਰਨ ਦੇ ਵਿੱਚ। ਕਿਹੜੇ ਕਿਹੜੇ ਨਿਊਟਰੀਐਂਟਸ ਜਿੱਦਾਂ ਕਿ ਨਾਈਟ੍ਰੋਜਨ, ਫਾਸਫੋਰਸ, ਆਇਰਨ ਅਤੇ ਸਲਫਰ ਦੀ ਰੀਸਾਈਕਲਿੰਗ ਦੇ ਵਿੱਚ ਕੀਮੋਸਿੰਥੈਟਿਕ ਆਟੋਟ੍ਰੋਫਿਕ ਬੈਕਟੀਰੀਆ ਦੇ ਦੁਆਰਾ ਕਾਫੀ ਗ੍ਰੇਟ ਰੋਲ ਪਲੇ ਕੀਤਾ ਜਾਂਦਾ ਹੈਗਾ। ਹੈਟਰੋਟ੍ਰੋਫਿਕ ਬੈਕਟੀਰੀਆ ਜਿਹੜੇ ਹੁੰਦੇ ਆ ਮੋਸਟ ਅਬੰਡੈਂਟ ਨੇਚਰ ਦੇ ਵਿੱਚ, ਆਪਾਂ ਪਹਿਲਾਂ ਵੀ ਦੇਖ ਲਿਆ, ਅਤੇ ਇਹਨਾਂ ਦੇ ਵਿੱਚੋਂ ਮੈਜੋਰਿਟੀ ਡੀਕੰਪੋਜ਼ਰਸ ਹੁੰਦੇ ਨੇ। ਠੀਕ ਹੈ। ਉਹ ਮੈਂ ਪਹਿਲਾਂ ਸੈਪਰੀਫਾਈਜ਼ ਕਰਾਂ, ਸੌਰੀ ਸੈਪਰੋਟ੍ਰੋਫਸ ਹੁੰਦੇ, ਮੈਜੋਰਿਟੀ ਕਹਿੰਦੇ ਨੇ ਡੀਕੰਪੋਜ਼ਰਸ ਹੁੰਦੇ ਨੇ। ਸੌਰੀ ਫॉर ਮਾਈ ਮਿਸਟੇਕ, ਐਪੋਲੋਜਾਈਜ਼। ਅਤੇ ਇਹਨਾਂ ਦੇ ਵਿੱਚ ਇਹਨਾਂ ਦਾ ਕੀ ਹੈ, ਸਿਗਨੀਫਿਕੈਂਟ ਇੰਪੈਕਟ ਆਪਾਂ ਨੂੰ ਦੇਖਣ ਨੂੰ ਮਿਲਦਾ ਹਿਊਮਨ ਅਫੇਅਰਸ ਦੇ ਉੱਪਰ, ਜਿੱਦਾਂ ਕਿ ਇਹ ਦਹੀਂ ਬਣਾਉਣ ਦੇ ਕੰਮ ਆਉਂਦੇ ਨੇ। ਠੀਕ ਹੈ। ਐਂਟੀਬਾਇਓਟਿਕਸ ਦੀ ਪ੍ਰੋਡਕਸ਼ਨ ਦੇ ਕੰਮ ਆਉਂਦੇ ਨੇ, ਅਤੇ ਲੈਗਿਊਮ ਰੂਟਸ ਦੇ ਵਿੱਚ ਇਹ ਨਾਈਟ੍ਰੋਜਨ ਦੀ ਫਿਕਸੇਸ਼ਨ ਕਰਦੇ ਨੇ। ਕੁਝ ਇਹਨਾਂ ਦੇ ਵਿੱਚ ਪੈਥੋਜਨਸ ਹੁੰਦੇ ਨੇ ਜਿਹੜੇ ਕਿ ਹਿਊਮਨ ਬੀਂਗਸ ਨੂੰ ਡੈਮੇਜ ਕਾਜ਼ ਕਰ ਸਕਦੇ ਨੇ, ਕ੍ਰੌਪਸ ਨੂੰ, ਫਾਰਮ ਐਨੀਮਲਸ ਅਤੇ ਪੈਟਸ ਨੂੰ ਡੈਮੇਜ ਕਾਜ਼ ਕਰ ਸਕਦੇ ਨੇ। ਕਾਲੇਰਾ, ਟਾਈਫਾਇਡ, ਟੈਟਨਸ, ਸਿਟਸ ਕੈਂਕਰ, ਇਹ ਕਿ ਕੁਝ ਵੈਲ ਨੋਨ ਡਿਸੀਜ਼ ਨੇ ਜਿਹੜੇ ਕਿ ਅਲੱਗ-ਅਲੱਗ ਬੈਕਟੀਰੀਆ ਦੇ ਦੁਆਰਾ ਕਾਜ਼ ਕੀਤੇ ਜਾਂਦੇ ਨੇ। ਕੋਲੇਰਾ, ਟੈਟਨਸ ਅਤੇ ਇਹਦੀ ਗੱਲ ਕਰੀ ਟਾਈਫਾਇਡ ਦੀ, ਸਾਰੇ ਐਨੀਮਲਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਅਤੇ ਸਿਟਸ ਕੈਂਕਰ ਪਲਾਂਟ ਡਿਸੀਜ਼ ਹੈਗਾ। ਬੈਕਟੀਰੀਆ ਮੇਨਲੀ ਕਾਹਦੇ ਨਾਲ ਰਿਪਰੋਡਿਊਸ ਕਰਦੇ ਨੇ, ਫਿਜ਼ਨ ਦੇ ਨਾਲ ਰਿਪਰੋਡਿਊਸ ਕਰਦੇ ਨੇ। ਸਮਟਾਈਮਸ ਅਨਫੇਵਰੇਬਲ ਕੰਡੀਸ਼ਨਸ ਦੇ ਵਿੱਚ ਉਹ ਕੀ ਕਰਦੇ ਨੇ, ਸਪੋਰਸ ਪ੍ਰੋਡਿਊਸ ਕਰਦੇ ਨੇ। ਠੀਕ ਹੈ। ਅਤੇ ਕੁਝ ਪ੍ਰੀਮਿਟਿਵ ਟਾਈਪ ਆਫ DNA ਟ੍ਰਾਂਸਫਰ ਦੇ ਨਾਲ ਕੀ ਹੈ, ਕੁਝ ਸੈਕਸ਼ੂਅਲ ਰਿਪਰੋਡਕਸ਼ਨ ਵੀ ਕਰਦੇ ਨੇ। ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਆਪਾਂ ਨੂੰ 3 ਟਾਈਪਸ ਦੇਖਣ ਨੂੰ ਮਿਲਦੀ ਹੈ, ਕੰਜੂਗੇਸ਼ਨ, ਟ੍ਰਾਂਸਜੈਕਸ਼ਨ ਅਤੇ ਟ੍ਰਾਂਸਫੋਰਮੇਸ਼ਨ। ਓਕੇ। ਮਾਈਕਰੋਪਲਾਜ਼ਮਾ ਜਿਹੜੇ ਨੇ ਆਰਗੈਨਿਜ਼ਮਸ ਨੇ ਜਿਹੜੇ ਸਭ ਤੋਂ ਛੋਟੇ ਨੇ, ਅੱਜ ਤੱਕ ਦੇ ਸਭ ਤੋਂ ਛੋਟਾ ਆਰਗੈਨਿਜ਼ਮ ਵਾਲਾ ਮਾਈਕਰੋਪਲਾਜ਼ਮਾ, ਇਹ ਆਕਸੀਜਨ ਤੋਂ ਬਿਨਾਂ ਮਤਲਬ ਅਨਐਰੋਬਿਕ ਕੰਡੀਸ਼ਨਸ ਦੇ ਵਿੱਚ ਸਰਵਾਈਵ ਕਰ ਪਾਉਂਦੇ ਨੇ, ਐਂਡ ਇਹਨਾਂ ਦੇ ਕੋਲ ਸੈਲ ਵਾਲ ਨਹੀਂ ਹੁੰਦੀ ਹੈਗੀ। ਠੀਕ ਹੈ। ਮੈਨੀ ਮਾਈਕਰੋਪਲਾਜ਼ਮਾ ਜਿਹੜੇ ਹੈ ਐਨੀਮਲਸ ਅਤੇ ਪਲਾਂਟਸ ਦੇ ਵਿੱਚ ਪੈਥੋਜੈਨਿਕ ਹੁੰਦੇ ਨੇਗੇ। ਅਤੇ ਇੱਥੇ ਆਪਾਂ ਨੂੰ ਡਿਵਾਈਡਿੰਗ ਬੈਕਟੀਰੀਅਮ ਦਾ ਡਾਇਗ੍ਰਾਮ ਦਿੱਤਾ ਹੋਏਗਾ, ਉਹਦੇ ਸੈਲ ਵਾਲ ਆ, ਸੈਲ ਮੈਂਬਰੇਨ ਆ, DNA ਆ, ਐਂਡ ਡਿਵਾਈਡ ਕਰਦਾ ਪਿਆ ਹੈਗਾ 2 ਡਾਟਰ ਸੈਲਸ ਦੇ ਵਿੱਚ। ਇਹਨਾਂ ਦੇ ਵਿੱਚ ਡਿਵੀਜ਼ਨ ਕਿੱਦਾਂ ਹੁੰਦੀ ਹੈ, ਮਾਈਟੋਟਿਕ ਕਿ ਮੀਓਸਿਸ। ਠੀਕ ਹੈ। ਮਿਓਟਿਕ ਡਿਵੀਜ਼ਨ ਹੁੰਦੀ ਹੈ ਕਿ ਮਾਈਟੋਟਿਕ ਡਿਵੀਜ਼ਨ ਹੁੰਦੀ ਹੈ, ਦੋਨਾਂ ਚੋਂ ਕਹਿੰਦੇ ਕੋਈ ਵੀ ਨਹੀਂ ਹੁੰਦੀ। ਇਹ ਮਾਈਟੋਟਿਕ ਡਿਵੀਜ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਬੈਕਟੀਰੀਆ ਦੇ ਵਿੱਚ। ਆਪਾਂ ਨੈਕਸਟ ਪ੍ਰੋਟਿਸਟਾ ਦੀ ਗੱਲ ਕਰਦੇ ਹਾਂ। ਪ੍ਰੋਟਿਸਟਾ ਵੀ ਸਾਰੇ ਸਿੰਗਲ ਸੈਲਡ ਯੂਕੈਰੀਓਟਸ ਦੇਖਣ ਨੂੰ ਮਿਲਦੇ ਨੇ, ਜਿਹਨਾਂ ਦੇ ਜਿਹੜਾ ਪ੍ਰੋਟਿਸਟਾ ਕੀਨਮ ਉਹਦੀ ਬਾਉਂਡਰੀਜ਼ ਫਿਕਸ ਨਹੀਂ ਹੁੰਦੀਆਂ, ਕਿਉਂਕਿ ਪਲਾਂਟ, ਐਨੀਮਲ ਅਤੇ ਫੰਜਾਈ। ਠੀਕ ਹੈ। ਬਾਕੀ ਜਿਹੜੇ ਯੂਕੈਰੀਓਟਿਕ ਕਿੰਗਡਮਸ ਨੇ ਉਹਨਾਂ ਦੇ ਨਾਲ ਕਾਫੀ ਕਰੈਕਟਰਿਸਟਿਕਸ ਇਹਨਾਂ ਦੇ ਕਈ ਆਰਗੈਨਿਜ਼ਮਸ ਦੀਆਂ ਮਿਲਦੀਆਂ ਹੁੰਦੀਆਂ ਨੇ। ਤਾਂ ਜਦੋਂ ਕਰੈਕਟਰਿਸਟਿਕਸ ਮਿਲਦੀਆਂ ਨੇ, ਜਿਹੜਾ ਇੱਕ ਵਾਸਤੇ ਇੱਕ ਬਾਇਓਲੋਜਿਸਟ ਵਾਸਤੇ ਨਾ ਪ੍ਰੋਟਿਸਟਾ ਹੁੰਦਾ, ਦੂਜੇ ਵਾਸਤੇ ਕੀ ਹੈ, ਕੋਈ ਹੋਰ ਕਿੰਗਡਮ ਨੂੰ ਬਿਲੋਂਗ ਕਰਦਾ ਹੋਇਆ ਆਰਗੈਨਿਜ਼ਮ ਹੋ ਸਕਦਾ ਹੈਗਾ। ਠੀਕ ਹੈ। ਜਿੱਦਾਂ ਕਿ ਆਪਾਂ ਫੋਟੋਸਿੰਥੈਟਿਕ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ, ਇੱਕ ਸਾਇੰਟਿਸਟ ਵਾਸਤੇ ਉਹ ਫੋਟੋਸਿੰਥੈਟਿਕ ਪ੍ਰੋਡਕਸ਼ਨ ਹੋ ਸਕਦਾ ਹੈ, ਉਹਨੂੰ ਪ੍ਰੋਟਿਸਟਾ ਕਿਉਂਕਿ ਯੂਨੀਸੈਲੂਲਰ ਹੈ, ਪਰ ਦੂਜਾ ਉਹ ਪਲਾਂਟ ਕੰਸੀਡਰ ਕਰ ਸਕਦਾ, ਦੂਜਾ ਬਾਇਓਲੋਜਿਸਟ, ਕਿਉਂਕਿ ਬਾਕੀ ਸਾਰੇ ਕਰੈਕਟਰਿਸਟਿਕਸ ਪਲਾਂਟਸ ਵਰਗੇ ਉਹਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ। ਠੀਕ ਹੈ। ਜਿੱਦਾਂ ਕਿ ਮੇਜਰ ਕਰੈਕਟਰਿਸਟਿਕ ਫੋਟੋਸਿੰਥੇਸਿਸ ਹੋ ਗਿਆ। ਅਤੇ ਇਸ ਬੁੱਕ ਦੇ ਵਿੱਚ ਆਪਾਂ ਕ੍ਰਾਈਜ਼ੋਫਾਈਟਸ, ਸਾਈਨੋਫਲੈਜੇਲੇਟਸ, ਯੂਗਲੀਨੋਇਡਸ, ਸਲਾਈਮੋਲਡਸ ਅਤੇ ਪ੍ਰੋਟੋਜ਼ੋਆਂਸ ਨੂੰ ਪ੍ਰੋਟਿਸਟਾ ਦੇ ਅੰਦਰ ਪੜਾਂਗੇ। ਠੀਕ ਹੈ। ਜਿਹੜੇ ਮੈਂਬਰਸ ਹੁੰਦੇ ਨੇ ਪ੍ਰੋਟਿਸਟਾ ਦੇ ਪ੍ਰਾਈਮਰੀਲੀ ਐਕੁਆਟਿਕ ਹੁੰਦੇ ਨੇ, ਅਤੇ
ਇਹ ਕਿੰਗਡਮ ਪ੍ਰਾਇਮਰੀਲੀ ਇਕੁਇਟਿਕ ਹੁੰਦੇ ਨੇ, ਮਤਲਬ ਟੈਰੈਸਟਰੀਅਲ ਫਾਰਮਸ ਵੀ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ, ਠੀਕ ਹੈ। ਇਹ ਕਿੰਗਡਮ ਕੀ ਹੈ, ਬਾਕੀ ਕਿੰਗਡਮ ਦੇ ਨਾਲ ਲਿੰਕ ਫਾਰਮ ਕਰਦਾ ਹੈਗਾ। ਬਾਕੀ ਕਿੰਗਡਮ ਕਿਹੜੇ, ਪਲਾਂਟ, ਐਨੀਮਲ ਤੇ ਪੰਛੀ, ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ। ਯੂਕੈਰੀਓਟਿਕ ਹੁੰਦੇ ਨੇ, ਤਾਂ ਕਰਕੇ ਇਹਨਾਂ ਦੀ ਜਿਹੜੀ ਸੈੱਲ ਬੋਡੀ ਹੁੰਦੀ ਆ ਉਹਦੇ ਕੋਲ ਵੈਲ ਡਿਫਾਈਨਡ ਨਿਊਕਲੀਅਸ ਹੁੰਦਾ ਹੈ, ਹੋਰ ਮੈਂਬਰੇਨ ਬਾਉਂਡ ਆਰਗੇਨੇਲਿਜ਼ ਪ੍ਰੈਜ਼ੈਂਟ ਹੁੰਦੀਆਂ ਨੇ। ਕੁਝ ਦੇ ਕੋਲ ਫਲੈਜਲਾ ਹੁੰਦਾ ਤੇ ਕੁਝ ਦੇ ਕੋਲ ਸੀਲੀਆ ਵੀ ਪ੍ਰੈਜ਼ੈਂਟ ਹੁੰਦਾ ਹੈਗਾ। ਜਿਹੜੇ ਕਿ ਪ੍ਰੋਡਿਸਟ ਨੇ ਉਹ ਏਸੈਕਸ਼ੁਅਲੀ ਰੀਪਰੋਡਿਊਸ ਕਰਦੇ ਨੇ ਤੇ ਸੈਕਸ਼ੁਅਲੀ ਵੀ ਰੀਪਰੋਡਿਊਸ ਕਰਦੇ ਨੇ। ਸੈਕਸ਼ੁਅਲੀ ਕਾਹਦੇ ਨਾਲ ਰੀਪਰੋਡਿਊਸ ਕਰਦੇ ਨੇ, ਇੱਕ ਪ੍ਰੋਸੈਸ ਨਾਲ ਰੀਪਰੋਡਿਊਸ ਕਰਦੇ ਨੇ ਜਿਹਦੇ ਵਿੱਚ ਕੀ ਹੁੰਦਾ, ਸੈਲ ਫਿਊਜ਼ਨ ਤੇ ਜ਼ਾਈਗੋਟ ਫਾਰਮੇਸ਼ਨ। ਸੈਲ ਫਿਊਜ਼ਨ ਤੇ ਜ਼ਾਈਗੋਟ ਫਾਰਮੇਸ਼ਨ, ਠੀਕ ਹੈ। ਪਹਿਲਾਂ ਸੈਲ ਫਿਊਜ਼ ਕਰਦੇ ਨੇ, ਉਸ ਤੋਂ ਬਾਅਦ ਜ਼ਾਈਗੋਟ ਬਣ ਜਾਂਦਾ, ਉਸ ਪ੍ਰੋਸੈਸ ਨਾਲ ਸੈਕਸ਼ੁਅਲੀ ਇਹ ਰੀਪਰੋਡਿਊਸ ਕਰਦੇ ਨੇ। ਫਸਟ ਆਫ ਆਲ ਆਪਾਂ ਕ੍ਰਾਈਜ਼ੋਫਾਈਟਸ ਦੀ ਗੱਲ ਕਰਦੇ ਹਾਂ। ਇਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਇਹਦੇ ਵਿੱਚ ਕੌਣ ਕੌਣ ਹੁੰਦਾ, ਡਾਇਆਟਮਸ ਤੇ ਗੋਲਡਨ ਐਲਗੇ। ਗੋਲਡਨ ਐਲਗੇ ਨੂੰ ਕਿਉਂ ਕਿਹਾ ਜਾਂਦਾ, ਡਸਟ ਕਿਹਾ ਜਾਂਦਾ ਹੈਗਾ। ਇਹ ਕੀ ਹੈ, ਫਰੈਸ਼ ਵਾਟਰ ਦੇ ਵਿੱਚ ਤੇ ਮਰਾਈਨ ਐਨਵਾਇਰਨਮੈਂਟਸ ਦੇ ਵਿੱਚ, ਦੋਨੋਂ ਇਕੁਆਟਿਕ ਐਨਵਾਇਰਨਮੈਂਟਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਇਹ ਮਾਈਕਰੋਸਕੋਪਿਕ ਹੁੰਦੇ ਨੇ ਤੇ ਪੈਸਿਵਲੀ ਫਲੋਟ ਕਰਦੇ ਨੇ ਵਾਟਰ ਕਰੰਟਸ ਦੇ ਉੱਪਰ, ਮਤਲਬ ਇਹ ਐਨਰਜੀ ਯੂਜ਼ ਨਹੀਂ ਕਰਦੇ ਫਲੋਟ ਕਰਨ ਦੇ ਲਈ। ਮੋਸਟ ਆਫ ਦੈਮ ਕੀ ਹੁੰਦੇ ਨੇ, ਫੋਟੋਸਿੰਥੈਟਿਕ ਹੁੰਦੇ ਨੇ। ਡਾਇਆਟਮਸ ਦੇ ਵਿੱਚ ਜਿਹੜੀ ਸੈਲ ਵਾਲ ਹੁੰਦੀ ਹੈ ਉਹਦੇ ਉਹ ਕੀ ਹੈ, 2 ਥਿਨ ਓਵਰਲੈਪਿੰਗ ਸ਼ੈਲਸ ਦੀ ਬਣੀ ਹੁੰਦੀ ਹੈ, ਜਿੱਦਾਂ ਕਿ ਸੌਪ ਬਾਕਸ ਦੀ ਗੱਲ ਕਰ, ਸੌਪ ਬਾਕਸ ਵਾਂਗੂ, ਠੀਕ ਹੈ। ਜਿਹੜੇ ਵਾਲਸ ਹੁੰਦੇ ਨੇ ਉਹਦੇ ਉੱਪਰ ਸਿਲਿਕਾ ਜਿਹੜਾ ਹੁੰਦਾ ਹੈਗਾ, ਤਾਂ ਕਰਕੇ ਜਿਹੜੀਆਂ ਵਾਲਸ ਹੁੰਦੀਆਂ ਨੇ ਉਹ ਇੰਡਸਟਰਕਟੇਬਲ ਹੁੰਦੀਆਂ ਨੇ। ਇਸੇ ਕਰਕੇ ਜਿਹੜੇ ਡਾਇਆਟਮਸ ਹੁੰਦੇ ਨੇ ਉਹ ਕੀ ਆ, ਆਪਦੇ ਹੈਬਿਟੈਟ ਦੇ ਵਿੱਚ ਕਾਫੀ ਜ਼ਿਆਦਾ ਸੈਲ ਵਾਲ ਡਿਪੋਜ਼ਿਟਸ ਪਿੱਛੇ ਹੀ ਛੱਡ ਜਾਂਦੇ ਨੇ, ਠੀਕ ਹੈ। ਜਿਹੜੇ ਕਿ ਸਿਲਿਕਾ ਦੇ ਬਣੇ ਹੁੰਦੇ, ਕਿਉਂਕਿ ਸਿਲਿਕਾ ਇੰਡਸਟਰਕਟੇਬਲ ਹੈ, ਭਾਵੇਂ ਕਿ ਜਿਹੜਾ ਪ੍ਰੋਡਿਸਟਾ ਮਰ ਗਿਆ, ਠੀਕ ਹੈ, ਭਾਵੇਂ ਜਿਹੜਾ ਕ੍ਰਾਈਜ਼ੋਫਾਈਟ ਆ, ਭਾਵੇਂ ਜਿਹੜਾ ਡਾਇਆਟਮ ਹੈ ਮਰ ਗਿਆ, ਪਰ ਫਿਰ ਵੀ ਉਹਦੀ ਸੈਲ ਵਾਲ ਜਿਹੜੀ ਆ ਉਹ ਡਿਸਟਰਕਟ ਹੋਈ ਨਹੀਂ, ਡੈਮੇਜ ਹੋਈ ਨਹੀਂ, ਉਹ ਡਿੱਕੀ ਨਹੀਂ ਹੋਈ। ਇਸ ਕਰਕੇ ਪਿੱਛੇ ਉਹ ਜੰਮਦੀ ਰਹਿੰਦੀ ਹੈ, ਠੀਕ ਹੈ, ਇੱਕੋ ਜਗ੍ਹਾ 'ਤੇ ਅਕਮੂਲੇਟ ਹੁੰਦੀ ਰਹਿੰਦੀ ਹੈ। ਇਸ ਕਰਕੇ ਉਹ ਕੀ ਹੈ, ਇੱਕ ਬਿਲੀਅਨਸ ਆਫ ਈਅਰਸ ਦੀ ਅਕਮੂਲੇਸ਼ਨ ਬਣ ਜਾਂਦੀ ਹੈ, ਅਤੇ ਉਸਨੂੰ ਕੀ ਕਹਿੰਦੇ, ਡਾਇਆਟੋਮੀਸ਼ੀਅਸ ਅਰਥ ਕਹਿੰਦੇ ਹੈਗਾ। ਅਤੇ ਇਹ ਗ੍ਰੇਟੀ ਹੁੰਦਾ, ਗ੍ਰੇਟੀ ਮਤਲਬ ਰਫ ਹੁੰਦਾ ਹੈਗਾ। ਇਸੇ ਕਰਕੇ ਇਹਨੂੰ ਕੀ ਆ, ਪੋਲਿਸ਼ਿੰਗ, ਫਿਲਟਰੇਸ਼ਨ ਆਫ ਆਇਲਸ ਅਤੇ ਸੀਰਪਸ ਦੀ ਫਿਲਟਰੇਸ਼ਨ ਦੇ ਲਈ ਅਤੇ ਪੋਲਿਸ਼ਿੰਗ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ। ਅਤੇ ਜਿਹੜੇ ਡਾਇਆਟਮਸ ਹੁੰਦੇ ਨੇ ਉਹ ਚੀਫ ਪ੍ਰੋਡਿਊਸਰ ਹੁੰਦੇ ਨੇ ਓਸ਼ਨ ਦੇ, ਕਿਉਂਕਿ ਇਹ ਫੋਟੋਸਿੰਥੈਟਿਕ ਹੁੰਦੇ ਨੇ, ਤਾਂ ਕਰਕੇ ਬਹੁਤ ਜ਼ਿਆਦਾ ਆਕਸੀਜਨ ਵੀ ਇਹ ਰਿਲੀਜ਼ ਕਰਦੇ ਹੋਣਗੇ, ਰਾਈਟ। ਨਾਓ ਮੂਵਿੰਗ ਔਨ ਟੂ ਦ ਨੈਕਸਟ ਵਨ, ਦੈਟ ਇਜ਼ ਡਾਇਨੋਫਲੈਜੇਲੇਟਸ। ਡਾਇਨੋਫਲੈਜੇਲੇਟਸ ਮੋਸਟਲੀ ਮੈਰਾਈਨ ਹੁੰਦੇ ਨੇ ਤੇ ਫੋਟੋਸਿੰਥੈਟਿਕ ਹੁੰਦੇ ਨੇ। ਮੋਸਟਲੀ ਮੈਰਾਈਨ ਹੁੰਦੇ ਨੇ, ਸਾਰੇ ਮੈਰਾਈਨ ਨਹੀਂ ਹੁੰਦੇ ਹੈਗੇ। ਇਹ ਯੈਲੋ, ਗ੍ਰੀਨ, ਬਰਾਊਨ, ਬਲੂ ਜਾਂ ਰੈਡ, ਠੀਕ ਹੈ, ਹੋ ਸਕਦੇ ਨੇ ਡਿਪੈਂਡਿੰਗ ਔਨ ਦ ਪਿਗਮੈਂਟ ਪ੍ਰੈਜ਼ੈਂਟ ਇਨ ਦੇਅਰ ਸੈੱਲ। ਜੇ ਸੈੱਲ ਵਾਲ ਕਰ ਦੇਣਗੇ ਤੁਸੀਂ ਉੱਥੇ ਉਹਨੂੰ ਸਹੀ ਕਰ ਦੇਣਾ, ਯਾਦ ਰੱਖਣਾ, ਠੀਕ ਹੈ। ਜਿਹੜੀ ਸੈੱਲ ਵਾਲ ਹੁੰਦੀ ਹੈ ਉਹਦੇ ਕੋਲ ਸਟਿਫ ਸੈਲੂਲੋਸ ਪਲੇਟਸ ਹੁੰਦੀਆਂ ਨੇ ਆਊਟਰ ਸਰਫੇਸ ਦੇ ਉੱਪਰ, ਰਿਮੈਂਬਰ ਆਊਟਰ ਸਰਫੇਸ ਦੇ ਉੱਪਰ, ਇਨਰ ਸਰਫੇਸ ਦੇ ਉੱਪਰ ਨਹੀਂ ਹੁੰਦੀਆਂ, ਠੀਕ ਹੈ। ਅਤੇ ਇਹਨਾਂ ਦੇ ਕੋਲ ਜ਼ਿਆਦਾਤਰ, ਇਹਨਾਂ 'ਚੋਂ ਜਿਹੜੇ ਜ਼ਿਆਦਾਤਰ ਹੁੰਦੇ ਨੇ, ਨਾਟ ਆਲ ਆਫ ਦੈਮ, ਮੋਸਟ ਆਫ ਦੈਮ ਕੋਲ 2 ਫਲੈਜਲਾ ਹੁੰਦੇ ਨੇ। ਇੱਕ ਲੌਂਗੀਟਿਊਡਨਲੀ ਹੁੰਦਾ ਅਤੇ ਦੂਜਾ ਟਰਾਂਸਫਰਸਲੀ ਹੁੰਦਾ ਹੈਗਾ, ਠੀਕ ਹੈ। ਅਤੇ ਇਹ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ, ਫਰੋ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਅਤੇ ਉਹ ਫਰੋ ਕਿੱਥੇ ਆ, ਵਾਲ ਪਲੇਟਸ ਦੇ ਵਿਚਾਲੇ। ਜਿੱਥੇ ਆਪਾਂ ਡਾਇਗਰਾਮ ਦੀ ਗੱਲ ਕਰਦੇ ਹਾਂ, ਦਿਸ ਇਜ਼ ਫਸਟ ਵਾਲ ਪਲੇਟ ਐਂਡ ਦਿਸ ਇਜ਼ ਦ ਸੈਕਿੰਡ ਵਾਲ ਪਲੇਟ, ਠੀਕ ਹੈ। ਦੋਨੋਂ ਵਾਲ ਪਲੇਟਸ ਦੇ ਵਿਚਾਲੇ ਦਿਸ ਇਜ਼ ਅ ਫਰੋ ਐਂਡ ਫਰੋਮ ਹੇਅਰ ਦ ਫਲੈਜਲਾ ਆਰ ਔਰੀਜਿਨੇਟਿੰਗ। ਵੈਰੀ ਆਫਨ, ਕਾਫੀ ਵਾਰੀ ਕਹਿੰਦੇ ਨੇ ਜਿਹੜੇ ਰੈਡ ਡਾਇਨੋਫਲੈਜੇਲੇਟਸ ਹੁੰਦੇ ਨੇ, ਜਿੱਦਾਂ ਕਿ ਗੋਨੀਓਲੈਕਸ ਹੋ ਗਿਆ, ਉਹ ਰੈਪਿਡਲੀ ਮਲਟੀਪਲਾਈ ਕਰਦੇ ਨੇ ਅਤੇ ਇਹ ਸੀ ਨੂੰ ਰੈਡ ਅਪੀਅਰ ਕਰਨ ਲਾ ਦਿੰਦੇ ਨੇ। ਅਤੇ ਇਹ ਟੌਕਸਿਨਸ ਵੀ ਰਿਲੀਜ਼ ਕਰਦੇ ਨੇ, ਲਾਈਕ ਸੈਕਸ ਟੌਕਸਿਨ ਐਂਡ ਹਾਈਪਰੋਟੌਕਸਿਨ, ਠੀਕ ਹੈ। ਅਤੇ ਇਹ ਜਿਹੜੇ ਟੌਕਸਿਨਸ ਨੇ ਇਹ ਕੀ ਆ, ਕਾਫੀ ਹਾਰਮਫੁਲ ਹੁੰਦੇ ਨੇ, ਅਤੇ ਈਵਨ ਕਿ ਬਾਕੀ ਮੈਰਾਈਨ ਐਨੀਮਲਸ ਨੂੰ ਇਹ ਟੌਕਸਿਨਸ ਕਿਲ ਵੀ ਕਰ ਸਕਦੇ ਨੇ। ਹੁਣ ਆਪਾਂ ਯੂਗਲੇਨੋਇਡਸ ਦੀ ਗੱਲ ਕਰਦੇ ਹਾਂ। ਜਿਹੜੇ ਮੈਜੋਰਿਟੀ ਆਫ ਯੂਗਲੇਨੋਇਡਸ ਹੁੰਦੇ ਨੇ ਫਰੈਸ਼ ਵਾਟਰ ਆਰਗੈਨਿਜ਼ਮ ਹੁੰਦੇ ਨੇ, ਅਤੇ ਇਹ ਸਟੈਗਨੈਂਟ ਵਾਟਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਮਤਲਬ ਖੜੇ ਪਾਣੀ ਦੇ ਵਿੱਚ, ਜਿੱਥੇ ਜਿੱਦਾਂ ਦੇ ਪਾਣੀ ਦੇ ਵਿੱਚ ਮੱਛਰ ਦੇਖਣ ਨੂੰ ਮਿਲਦੇ ਨੇ, ਖੜੇ ਪਾਣੀ ਦੇ ਵਿੱਚ, ਸਟੈਗਨੈਂਟ ਵਾਟਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਯੂਗਲੇਨੋਇਡਸ। ਦੇ ਇਹਨਾਂ ਦੀ ਸੈਲ ਵਾਲ ਤਾਂ ਨਹੀਂ ਹੁੰਦੀ, ਬਟ ਇੱਕ ਪ੍ਰੋਟੀਨ ਰਿਚ ਲੇਅਰ ਪੈਲੀਕਲ ਪ੍ਰੈਜ਼ੈਂਟ ਹੁੰਦੀ ਹੈ, ਜਿਹੜੀ ਕਿ ਇਹਨਾਂ ਦੀ ਬੋਡੀ ਨੂੰ ਫਲੈਕਸੀਬਲ ਬਣਾਉਂਦੀ ਹੈ। ਇਹਨਾਂ ਦੇ ਕੋਲ 2 ਫਲੈਜਲਾ ਹੁੰਦੇ ਨੇ, ਇੱਕ ਸ਼ਾਰਟ ਅਤੇ ਇੱਕ ਲੌਂਗ, ਅਤੇ ਇਹ ਮਿਕਸੋਟ੍ਰੋਪਿਕ ਮੋਡ ਆਫ ਨਿਊਟ੍ਰੀਸ਼ਨ ਸ਼ੋ ਕਰਦੇ ਨੇ। ਮਿਕਸੋਟ੍ਰੋਪਿਕ ਕਿੱਦਾਂ, ਦੇਖੋ, ਜਦੋਂ ਤਾਂ ਸਨਲਾਈਟ ਪ੍ਰੈਜ਼ੈਂਟ ਹੁੰਦੀ ਹੈ ਉਦੋਂ ਫੋਟੋਸਿੰਥੇਸਿਸ ਕਰਦੇ ਨੇ, ਬਟ ਜਦੋਂ ਡਾਰਕ ਹੁੰਦੀ, ਸਨਲਾਈਟ ਪ੍ਰੈਜ਼ੈਂਟ ਨਹੀਂ ਹੁੰਦੀ, ਠੀਕ ਹੈ, ਜਦੋਂ ਡਿਪਰਾਈਵਡ ਆਫ ਸਨਲਾਈਟ ਹੁੰਦੇ ਨੇ, ਤਾਂ ਇਹ ਹੈਟਰੋਟ੍ਰੋਫਸ ਦੀ ਤਰ੍ਹਾਂ ਬਿਹੇਵ ਕਰਦੇ ਨੇ, ਅਤੇ ਇਹ ਬਾਕੀ ਸਮੋਲਰ ਆਰਗੈਨਿਜ਼ਮਸ ਨੂੰ ਪ੍ਰੀਡੇਟ ਕਰਦੇ ਨੇ। ਇੰਟਰਸਟਿੰਗਲੀ ਜਿਹੜੇ ਇਹਨਾਂ ਦੇ ਵਿੱਚ ਪਿਗਮੈਂਟਸ ਪ੍ਰੈਜ਼ੈਂਟ ਹੁੰਦੇ ਨੇ, ਯੂਗਲੇਨੋਇਡਸ ਦੇ ਵਿੱਚ ਆਪਾਂ ਨੂੰ ਕੁਝ ਪਿਗਮੈਂਟਸ ਇੱਦਾਂ ਦੇ ਦੇਖਣ ਨੂੰ ਮਿਲਦੇ ਨੇ ਜਿਹੜੇ ਕਿ ਹਾਇਰ ਪਲਾਂਟਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਐਗਜ਼ਾਮਪਲ ਕੀ ਇਹਦਾ, ਯੂਗਲੇਨਾ। ਅਤੇ ਡਾਇਆਟਮਸ ਦਾ ਤਾਂ ਕੋਈ ਐਗਜ਼ਾਮਪਲ ਦਿੱਤਾ ਨਹੀਂ ਹੋਇਆ ਸੀਗਾ, ਡਾਇਆਟਮਸ ਦੇ ਡੈਸਮੇਜ ਬਸ ਇੱਦਾਂ ਹੀ ਲਿਖਿਆ ਸੀ, ਅਤੇ ਗੋਨੀਓਲੈਕਸ ਕੀ ਦਾ ਸੀਗਾ, ਡਾਇਨੋਫਲੈਜੇਲੇਟਸ ਦਾ। ਸੋ ਹੇਅਰ ਵੀ ਹੈਵ ਦ ਫੋਟ ਆਫ ਦ ਯੂਗਲੇਨਾ with us. So there's one long flagella and there is one short flagella, and here we have a nucleus because it is eukaryotic, right? Moving on to the next one, slime modes. Slime modes ਜਿਹੜੇ ਹੁੰਦੇ ਨੇ ਸੈਪਰੋਫਿਟਿਕ ਪ੍ਰੋਟਿਸਟਸ ਹੁੰਦੇ ਨੇ, ਮਤਲਬ ਡੈਡ ਅਤੇ ਡਿਕੇਇੰਗ ਆਰਗੈਨਿਜ਼ਮਸ ਦੇ ਉੱਪਰ, ਮੈਟਰ ਦੇ ਉੱਪਰ ਡਿਪੈਂਡ ਕਰ ਆਪਦੇ ਨਿਊਟ੍ਰੀਸ਼ਨ ਦੇ ਲਈ।
ਇੱਕ ਹੈ ਡਿਕੇਇੰਗ ਟਵਿਕਸ ਤੇ ਲੀਵਸ ਦੇ ਉੱਪਰ ਰਿਮੂਵ ਕਰਦੇ ਨੇ ਤੇ ਆਰਗੈਨਿਕ ਮਟੀਰੀਅਲ ਨੂੰ ਉਹਨਾਂ ਦੇ ਵਿੱਚੋਂ ਕੀ ਕਰਦੇ ਨੇ ਐਨਗਲਫ ਕਰ ਲੈਂਦੇ ਨੇ, ਠੀਕ ਹੈ। ਤੇ ਸੁਟੇਬਲ ਕੰਡੀਸ਼ਨ ਦੇ ਵਿੱਚ ਇੱਕ ਐਗਰੀਗੇਸ਼ਨ ਬਣਾਉਂਦੇ ਨੇ ਜਿਹਨੂੰ ਕਿ ਪਲਾਸਮੋਡੀਅਮ ਕਿਹਾ ਜਾਂਦਾ। ਪਲਾਸਮੋਡੀਅਮ ਸੁਟੇਬਲ ਕੰਡੀਸ਼ਨ ਦੇ ਵਿੱਚ ਬਣਦਾ, ਯਾਦ ਰੱਖਣਾ। ਕਈ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ ਤੇ ਉਹ ਕਰ ਦਿੰਦੇ ਨੇ ਕਿ ਜਿਹੜਾ ਪਲਾਸਮੋਡੀਅਮ ਉਹ ਅਨਸੂਟੇਬਲ ਕੰਡੀਸ਼ਨ ਦੇ ਵਿੱਚ ਬਣਦਾ, ਤੇ ਦੈਟ ਇਜ਼ ਰੋਂਗ, ਠੀਕ ਹੈ। ਐਂਡ ਜਿਹੜਾ ਪਲਾਸਮੋਡੀਅਮ ਆ ਉਹ ਗਰੋ ਕਰਕੇ ਕਾਫੀ ਸੈਵਰਲ ਫੀਟਸ ਤੱਕ ਸਪਰੈਡ ਕਰ ਸਕਦਾ ਹੈਗਾ। ਤੇ ਅਨਫੇਵਰੇਬਲ ਕੰਡੀਸ਼ਨਸ ਦੇ ਵਿੱਚ ਜਿਹੜਾ ਪਲਾਸਮੋਡੀਅਮ ਉਹ ਡਿਫਰੈਂਸ਼ੀਏਟ ਹੁੰਦਾ ਤੇ ਫਰੂਟਿੰਗ ਬੋਡੀਜ਼ ਬਣਾਉਂਦਾ ਹੈਗਾ। ਤੇ ਜਿਹੜੀ ਫਰੂਟਿੰਗ ਬੋਡੀਜ਼ ਹੁੰਦੀਆਂ ਨੇ ਉਹਨਾਂ ਦੇ ਟਿਪਸ ਦੇ ਉੱਪਰ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਸਪੋਰਸ ਦੇਖਣ ਨੂੰ ਮਿਲਦੇ ਨੇ। ਤੇ ਜਿਹੜੇ ਸਪੋਰਸ ਹੁੰਦੇ ਨੇ ਉਹਨਾਂ ਦੇ ਕੋਲ ਕੀ ਹੁੰਦੇ ਨੇ ਟਰੂ ਵਾਲਸ ਹੁੰਦੀਆਂ ਨੇ ਤੇ ਐਕਸਟ੍ਰੀਮਲੀ ਰੈਜ਼ਿਸਟੈਂਟ ਹੁੰਦੇ ਨੇ, ਠੀਕ ਹੈ। ਕਿ ਐਕਸਟ੍ਰੀਮਲੀ ਰੈਜ਼ਿਸਟੈਂਟ ਕੀ ਹੁੰਦਾ ਸਪੋਰਸ, ਠੀਕ ਹੈ। ਸਪੋਰਸ ਐਕਸਟ੍ਰੀਮਲੀ ਰੈਜ਼ਿਸਟੈਂਟ ਹੁੰਦੇ ਨੇ ਕਿਉਂਕਿ ਉਹਨਾਂ ਦੇ ਕੋਲ ਟਰੂ ਵਾਲਸ ਹੁੰਦੀਆਂ ਨੇ ਤੇ ਇਹਨਾਂ ਟਰੂ ਵਾਲਸ ਦੇ ਕਰਕੇ ਉਹ ਕੀ ਹੈ ਕਾਫੀ ਸਾਲਾਂ ਤੱਕ ਸਰਵਾਈਵ ਕਰ ਸਕਦੇ ਨੇ ਈਵਨ ਇਨ ਦ ਐਡਵਰਸ ਕੰਡੀਸ਼ਨ। ਬੇਕਾਰ ਤੋਂ ਬੇਕਾਰ ਖਰਾਬ ਤੋਂ ਖਰਾਬ ਕੰਡੀਸ਼ਨ ਦੇ ਵਿੱਚ ਇਹ ਕਾਫੀ ਸਾਲਾਂ ਤੱਕ ਕੀ ਕਰ ਸਕਦੇ ਨੇ ਸਰਵਾਈਵ ਕਰ ਸਕਦੇ ਨੇ। ਸਪੋਰਸ ਨੂੰ ਡਿਸਪਰਸ ਕਿਹਦੇ ਥਰੂ ਕੀਤਾ ਜਾਂਦਾ ਏਅਰ ਕਰੰਟ ਸਪੋਰਸ ਨੂੰ ਡਿਸਪਰਸ ਕਰਦੇ ਨੇ, ਠੀਕ ਹੈ। here we have the photo of slime mold, ਬਸ ਗੰਦੀ ਜੀ ਫੋਟੋ ਆ ਬਸ, ਓਕੇ। ਇਹ ਹਾਂ ਵਨ ਮੋਰ ਥਿੰਗ, ਇਹਨਾਂ ਦਾ ਨੇਕਡ ਸਾਈਟੋਪਲਾਜ਼ਮ ਹੁੰਦਾ, ਮਤਲਬ ਸਾਈਟੋਪਲਾਜ਼ਮ ਨੇਕਡ ਹੁੰਦਾ, ਇਹਦਾ ਮਤਲਬ ਕੋਈ ਸੈਲ ਵੋਲ ਵਗੈਰਾ ਨਹੀਂ ਦੇਖਣ ਨੂੰ ਮਿਲਦੇ ਆਪਾਂ ਨੂੰ। ਐਂਡ ਦੇ ਆਰ ਮਲਟੀ ਨਿਊਕਲੀਏਟਡ, ਯਾ ਹੋ ਗਿਆ। ਨੈਕਸਟ ਮੂਵਿੰਗ ਔਨ ਟੂ ਦ ਨੈਕਸਟ ਵਨ ਦੈਟ ਇਜ਼ ਪ੍ਰੋਟੋਜ਼ੋਨ। ਸਾਰੇ ਪ੍ਰੋਟੋਜ਼ੋਨਸ ਕੀ ਹੁੰਦੇ ਨੇ ਹੈਟਰੋਟ੍ਰੋਫਸ ਹੁੰਦੇ ਨੇ ਤੇ ਇਹ ਪ੍ਰੈਡੇਟਰਸ ਜਾਂ ਫਿਰ ਪੈਰਾਸਾਈਟਸ ਦੀ ਤਰ੍ਹਾਂ ਰਹਿੰਦੇ ਨੇ, ਠੀਕ ਹੈ। ਇਹ ਬਿਲੀਵ ਕੀਤਾ ਜਾਂਦਾ ਕਿ ਜਿਹੜੇ ਪ੍ਰੋਟੋਜ਼ੋਨਸ ਹੁੰਦੇ ਨੇ ਪ੍ਰਿਮਿਟਿਵ ਰਿਲੇਟਿਵਸ ਨੇ ਐਨੀਮਲਸ ਦੇ। ਤੇ 4 ਮੇਜਰ ਗਰੁੱਪਸ ਨੇ ਪ੍ਰੋਟੋਜ਼ੋਨਸ ਦੇ, ਠੀਕ ਹੈ। ਫਸਟ ਇਜ਼ ਐਮੀਬਰਡ ਪ੍ਰੋਟੋਜ਼ੋਨਸ। ਇਹ ਫਰੈਸ਼ ਵਾਟਰ ਦੇ ਵਿੱਚ, ਸੀ ਵਾਟਰ ਦੇ ਵਿੱਚ, ਮੋਇਸਟ ਸੋਇਲ ਦੇ ਵਿੱਚ ਸਾਰੇ ਕਿਤੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ। ਇਹ ਕੀ ਆ ਜਾਂਦੇ ਨੇ, ਠੀਕ ਹੈ, ਇੱਦਾਂ ਰੇਂਗਦੇ ਹੋਏ ਜਾਂਦੇ ਨੇ ਤੇ ਆਪਦੇ ਪ੍ਰੇ ਨੂੰ ਕਿੱਦਾਂ ਕਰਦੇ ਕੈਪਚਰ ਕਰਦੇ ਨੇ ਰੇਂਗਦੇ ਹੋਏ ਨਾਲ, ਮਤਲਬ ਸਰਫੇਸ ਦੇ ਨਾਲ ਅਟੈਚਡ ਜਾਂਦੇ ਨੇ, ਠੀਕ ਹੈ। ਫਿਰ ਆ ਕੀ ਆ ਸਿਊਡੋਪੋਡੀਆ ਕੱਢਦੇ ਨੇ ਅਤੇ ਫਾਲਸ ਫੀਡ ਕੱਢਦੇ ਨੇ ਤੇ ਫਾਲਸ ਫੀਡ ਕੱਢ ਕੇ ਪ੍ਰੇ ਨੂੰ ਕੈਪਚਰ ਕਰ ਲੈਂਦੇ ਨੇ, ਜਿਹਨੂੰ ਵੀ ਖਾਣਾ ਉਹਨੂੰ ਕੈਪਚਰ ਕਰ ਲੈਂਦੇ ਨੇ। ਜਿੱਦਾਂ ਕਿ ਅਮੀਬਾ ਦੇ ਵਿੱਚ, ਅਮੀਬਾ ਦੀ ਆਪਾਂ ਨੇ ਕਿੰਨੀ ਵਾਰੀ ਤਾਂ ਦੇਖਿਆ ਯਾਰ 10ਵੀਂ ਦੇ ਵਿੱਚ ਵੀ ਹੁੰਦਾ ਹੈ ਨਾ। ਤੇ ਮੈਰਾਈਨ ਫਾਰਮਸ ਜਿੱਦਾਂ ਕਿ ਸਿਲਿਕਾ ਸ਼ੈਲਸ ਹੋ ਗਈ ਉਹਨਾਂ ਦੇ ਸੌਰੀ ਮੈਰਾਈਨ ਫਾਰਮਸ ਸੈਲੋਡਾਈਨਸ, ਉਹਨਾਂ ਦੀ ਸਰਫੇਸ ਦੇ ਉੱਪਰ ਆਪਾਂ ਨੂੰ ਸਿਲਿਕਾ ਸ਼ੈਲਸ ਦੇਖਣ ਨੂੰ ਮਿਲਦਾ। ਮੈਰਾਈਨ ਫਾਰਮਸ ਨੂੰ ਕੀ ਕਹਿੰਦਾ ਸੈਲੋਡਾਈਨਸ ਦੇ ਸਰਫੇਸ ਦੇ ਉੱਪਰ ਸਿਲਿਕਾ ਸ਼ੈਲਸ ਹੁੰਦੇ ਨੇ। ਇਹਨਾਂ ਦੇ ਵਿੱਚੋਂ ਕੁਝ ਜਿੱਦਾਂ ਕਿ ਐਂਟਮੇਬਾ ਹੋ ਗਿਆ, ਇਹ ਕੀ ਹੁੰਦੇ ਨੇ ਪੈਰਾਸਾਈਟਸ ਹੁੰਦੇ ਨੇ। ਨੈਕਸਟ ਆਪਾਂ ਫਲੈਜਲੇਟਿਡ ਪ੍ਰੋਟੋਜ਼ੋਨਸ ਦੀ ਗੱਲ ਕਰਦੇ ਹਾਂ। ਇਹ ਜਾਂ ਤਾਂ ਫ੍ਰੀ ਲਿਵਿੰਗ ਹੁੰਦੇ ਨੇ ਜਾਂ ਫਿਰ ਪੈਰਾਸਾਈਟਿਕ ਹੁੰਦੇ ਨੇ। ਇਹਨਾਂ ਦੇ ਕੋਲ ਫਲੈਜਲਾ ਹੁੰਦੇ ਨੇ ਤੇ ਪੈਰਾਸਾਈਟਿਕ ਫਾਰਮਸ ਜਿਹੜੇ ਡਿਸੀਜ਼ਸ ਕਾਜ਼ ਕਰਦੇ ਨੇ, ਡਿਸੀਜ਼ਸ ਸਪੈਲਿੰਗ ਗਲਤ ਕਰਕੇ, ਠੀਕ ਹੈ। ਜਿੱਦਾਂ ਕਿ ਸਲੀਪਿੰਗ ਸਿਕਨੈਸ ਹੋ ਗਿਆ, ਐਗਜ਼ਾਮਪਲ ਕੀ ਹੈ ਟ੍ਰਾਈਪੈਨੋਜ਼ੋਮਾ ਹੀ ਸਲੀਪਿੰਗ ਸਿਕਨੈਸ ਕਾਜ਼ ਕਰਦਾ ਤੇ ਇਹਦਾ ਵੈਕਟਰ ਕੋਣ ਆ ਸਿਰਸਿਫਾਈ।